ਹੈਲੋ ਸਤਿ ਸ਼੍ਰੀ ਅਕਾਲ ਦਿਸ ਇਜ਼ ਲਵਪ੍ਰੀਤ ਕੌਰ ਐਂਡ ਯੂ ਆਰ ਵਾਚਿੰਗ ਮਾਈ ਚੈਨਲ। ਅੱਜ ਦੀ ਵੀਡੀਓ ਰਾਈਟਿੰਗ ਟਾਸਕ 2 ਦੇ ਉੱਤੇ ਆ ਜੋ ਕਿ ਐਕੈਡੈਮਿਕ ਐਂਡ ਜਨਰਲ ਟ੍ਰੇਨਿੰਗ ਲਈ ਸੇਮ ਹੀ ਹੁੰਦਾ ਹੈ। ਅੱਜ ਦੀ ਵੀਡੀਓ ਵਿੱਚ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਸਟਰਕਚਰ ਦੇਖੋਗੇ ਕਿ ਰਾਈਟਿੰਗ ਟਾਸਕ 2 ਨੂੰ ਆਪਾਂ ਕਿਵੇਂ ਲਿਖਦੇ ਹਾਂ, ਸਟਰਕਚਰ ਕੀ ਹੈ, ਮਤਲਬ ਫਾਰਮੈਟ ਕੀ ਹੈ ਟਾਸਕ ਦਾ, ਐਂਡ ਇਹਦੀਆਂ ਟਾਈਪਸ ਦੇਖੋਗੇ। ਐਂਡ ਟਾਈਪਸ ਦੇ ਨਾਲ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿ ਕਿਵੇਂ ਮਤਲਬ ਕਿਹੜੀ ਟਾਈਪ ਨੂੰ ਆਪਾਂ ਕਿਹੜੀ ਟਾਈਪ ਦੇ ਵਿੱਚ ਓਪੀਨੀਅਨ ਆਪਾਂ ਇੰਟਰੋਡਕਸ਼ਨ ਵਿੱਚ ਲਿਖਣਾ ਹੈ, ਜਾਂ ਫਿਰ ਕਿਹੜੀ ਟਾਸਕ ਦੇ BPs ਨੇ ਜਿਹੜੇ ਬੋਡੀ ਪੈਰਾਗ੍ਰਾਫਸ ਨੇ ਉਹ ਕਿਵੇਂ ਸੈੱਟ ਆਪਾਂ ਕਰਨੇ ਆ। ਤਾਂ ਸਟਾਰਟ ਕਰਦੇ ਹਾਂ ਸਟਰਕਚਰ ਤੋਂ। ਜਦੋਂ ਟਾਸਕ 2 ਹੈ ਉਹਦੇ ਸਟਰਕਚਰ ਦੇ ਵਿੱਚ ਸਭ ਤੋਂ ਪਹਿਲਾ ਪੈਰਾ ਆਪਾਂ ਇੰਟਰੋਡਕਸ਼ਨ ਨੂੰ ਦਿੰਦੇ ਹਾਂ। ਠੀਕ ਹੈ, ਇੰਟਰੋਡਕਸ਼ਨ ਦੇ ਵਿੱਚ 50 ਵਰਡਸ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਠੀਕ ਹੈ, 50 ਵਰਡਸ ਤੋਂ ਛੋਟੀ ਹੀ ਇੰਟਰੋਡਕਸ਼ਨ ਤੁਹਾਡੀ ਹੋਣੀ ਚਾਹੀਦੀ ਹੈ। ਨੈਕਸਟ ਆਪਾਂ ਬੋਡੀ ਪੈਰਾਗ੍ਰਾਫਸ ਲਿਖਦੇ ਹਾਂ। ਬੋਡੀ ਪੈਰਾਗ੍ਰਾਫ ਫਸਟ, ਠੀਕ ਹੈ, ਫਿਰ ਬੋਡੀ ਪੈਰਾਗ੍ਰਾਫ 2 ਲਿਖਦੇ ਹਾਂ। ਬੋਡੀ ਪੈਰਾਗ੍ਰਾਫ 3B ਲਿਖ ਸਕਦੇ ਹਾਂ, ਇਹ ਆਪਸ਼ਨਲ ਹੁੰਦਾ ਗਾ, ਵੈਸੇ 2 ਤਾਂ ਜ਼ਰੂਰੀ ਹੀ ਹੁੰਦੇ ਨੇ। ਠੀਕ ਹੈ, 2 ਤਾਂ ਮੈਂਡੇਟਰੀ ਹੀ ਆ ਤੁਹਾਨੂੰ ਲਿਖਣੇ ਜੇ ਤੁਸੀਂ ਬੈਂਡਸ ਲੈਣੇ ਆ। ਥਰਡ ਤੁਹਾਡੇ ਲਈ ਆਪਸ਼ਨਲ ਹੈ, ਜੇ ਕੰਟੈਂਟ ਤੁਹਾਡੇ ਕੋਲ ਜ਼ਿਆਦਾ ਹੈਗਾ ਤਾਂ ਤੁਸੀਂ ਥਰਡ ਵੀ ਲਿਖ ਸਕਦੇ ਹੋ। ਲਾਸਟ ਦੇ ਵਿੱਚ ਆਪਾਂ ਇੱਕ ਕਨਕਲੂਜਨ ਦਿੰਦੇ ਹਾਂ। ਠੀਕ ਹੈ ਜੀ, ਤਾਂ ਇਹ ਹੋ ਗਿਆ ਫਾਰਮੈਟ ਕਿ ਤੁਸੀਂ ਟਾਸਕ 2 ਨੂੰ ਕਿੱਦਾਂ ਲਿਖਦੇ ਹੋ। ਇੰਟਰੋਡਕਸ਼ਨ ਦੇ ਵਿੱਚ ਆਪਾਂ ਕਿਵੇਂ ਲਿਖਦੇ ਹਾਂ। ਇੰਟਰੋਡਕਸ਼ਨ ਦੇ ਵਿੱਚ ਪਹਿਲੀ ਸਟੇਟਮੈਂਟ ਤੁਹਾਡੀ ਹੁੱਕ ਸਟੇਟਮੈਂਟ ਹੋ ਸਕਦੀ ਆ, ਮਤਲਬ ਬੈਕਗਰਾਊਂਡ ਸਟੇਟਮੈਂਟ ਜਿਹਨੂੰ ਆਪਾਂ ਕਹਿੰਦੇ ਆ। ਇਹ ਆਪਸ਼ਨਲ ਹੁੰਦੀ ਆ, ਤੁਸੀਂ ਲਿਖਣੀ ਆ ਜਾਂ ਨਹੀਂ ਲਿਖਣੀ ਤੁਹਾਡੀ ਮਰਜ਼ੀ ਹੈ। ਜੇ ਬਣ ਪਾ ਰਹੀ ਹੈ ਤਾਂ ਲਿਖ ਸਕਦੇ ਹੋ, ਜੇ ਬਣ ਨਹੀਂ ਪਾ ਰਹੀ ਤੁਹਾਡੇ ਤੋਂ ਟਾਈਮ 'ਤੇ ਤਾਂ ਨਾ ਲਿਖੋ, ਇਹਦਾ ਕੋਈ ਐਡਾ ਇਸ਼ੂ ਨਹੀਂ ਹੁੰਦਾ। ਠੀਕ ਹੈ, ਨੈਕਸਟ ਤੁਸੀਂ ਰੀਫਰੇਜ਼ ਕਰਕੇ ਲਿਖਣੀ ਹੁੰਦੀ ਆ। ਲਾਈਕ ਜਿਵੇਂ ਵੀ ਤੁਹਾਨੂੰ ਜੋ ਵੀ ਕੁਐਸਚਨ ਆਇਆ, ਲਾਈਕ ਸਮ ਪੀਪਲ ਬਿਲੀਵ ਡੈਟ, ਠੀਕ ਹੈ, ਇੱਦਾਂ ਦਾ ਤੁਹਾਨੂੰ ਕੁਐਸਚਨ ਆ ਗਿਆ, ਉਹਨੂੰ ਤੁਸੀਂ ਚੇਂਜ ਕਰਕੇ ਆਪਣੀ ਲੈਂਗੁਏਜ ਦੇ ਵਿੱਚ ਲਿਖਣੀ ਆ। ਠੀਕ ਹੈ, ਉਹ ਲਾਈਨ ਮੇਨ ਸਟੇਟਮੈਂਟ, ਮਤਲਬ ਤੁਹਾਡੀ ਸਟੇਟਮੈਂਟ ਕੀ ਹੈ, ਤੁਹਾਡਾ ਐਸੇ ਹੈ ਕੀ ਆ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਥੀਸਿਸ ਸਟੇਟਮੈਂਟ ਲਿਖਣਾ। ਥੀਸਿਸ ਸਟੇਟਮੈਂਟ ਦੇ ਵਿੱਚ ਤੁਹਾਡਾ ਓਪੀਨੀਅਨ ਹੋ ਜਾਂਦਾ ਕਿ ਤੁਹਾਨੂੰ ਕੀ ਲੱਗਦਾ ਹੈ। ਲਾਈਕ ਜੇ ਉਹ ਤੁਹਾਡਾ ਓਪੀਨੀਅਨ ਮੰਗਦੇ ਆ ਤਾਂ ਤੁਸੀਂ ਲਿਖੋਗੇ ਇਨ ਮਾਈ ਓਪੀਨੀਅਨ ਦਿਸ। ਜੇ ਐਗਰੀ ਡਿਸਐਗਰੀ ਦਾ ਤਾਂ ਤੁਸੀਂ ਲਿਖ ਸਕਦੇ ਹੋ ਕਿ ਮੈਂ ਐਗਰੀ ਕਰ ਦਾਂਗਾ ਜਾਂ ਮੈਂ ਡਿਸਐਗਰੀ ਕਰ ਦਾਂਗਾ। ਇੱਦਾਂ ਦੇ ਉਹਨੂੰ ਥੀਸਿਸ ਸਟੇਟਮੈਂਟ ਕਹਿੰਦੇ ਆ। ਤਾਂ ਇਹ ਚੀਜ਼ ਆ ਉੱਥੇ ਆ ਜਾਂਦੀ ਆ। ਬੋਡੀ ਪੈਰਾਗ੍ਰਾਫਸ ਦੀ ਗੱਲ ਕਰੀਏ ਜੇ ਆਪਾਂ, ਬੋਡੀ ਪੈਰਾਗ੍ਰਾਫਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਪੁਆਇੰਟ ਲਿਖਣਾ ਹੈ ਕਿ ਤੁਹਾਡਾ ਪੁਆਇੰਟ ਕੀ ਹੈ, ਸਪੋਰਟਿੰਗ ਪੁਆਇੰਟ। ਠੀਕ ਹੈ, ਕਿ ਐਗਜ਼ਾਮਪਲ ਮੈਂ ਤੁਹਾਨੂੰ ਬਾਅਦ ਵਿੱਚ ਸਮਝਾਉਣੀ ਆ। ਵੈਸੇ ਇਹਨਾਂ ਸਾਰਿਆਂ ਦੇ ਉੱਤੇ ਮੈਂ ਡੀਪਲੀ ਵੀਡੀਓ ਵੀ ਬਣਾਉਂਗੀ, ਹੈ ਨਾ, ਕਿ ਇੰਟਰੋਡਕਸ਼ਨ ਨੂੰ ਆਪਾਂ ਕਿਵੇਂ ਲਿਖਣਾ, ਬੋਡੀ ਪੈਰਾਗ੍ਰਾਫਸ ਨੂੰ ਕਿਵੇਂ ਲਿਖਣਾ, ਕਨਕਲੂਜਨ ਨੂੰ ਕਿਵੇਂ ਲਿਖਣਾ, ਡੀਪਲੀ ਦੇ ਵਿੱਚ ਵੀ ਵੀਡੀਓਜ਼ ਮੈਂ ਬਣਾਵਾਂਗੀ। ਠੀਕ ਹੈ, ਤਾਂ ਬੋਡੀ ਪੈਰਾਗ੍ਰਾਫ ਦੇ ਵਿੱਚ ਸਭ ਤੋਂ ਪਹਿਲੀ ਲਾਈਨ ਤੁਸੀਂ ਪੁਆਇੰਟ ਲਿਖਣਾ ਹੈ ਕਿ ਤੁਹਾਨੂੰ ਕਿਉਂ ਲੱਗਦਾ, ਤੁਸੀਂ ਹੈ ਨਾ, ਜੇ ਐਗਰੀ ਕਰਦੇ ਹੋ ਤਾਂ ਕਿਉਂ ਐਗਰੀ ਕਰਦੇ ਹੋ, ਇਹੋ ਜਿਹਾ ਕੀ ਪੁਆਇੰਟ ਹੈ। ਫਿਰ ਉਹਨੂੰ ਸਪੋਰਟ ਕਰਨ ਲਈ ਐਕਸਪਲੇਨ ਕਰਨਾ ਹੈ। ਠੀਕ ਹੈ, ਉਸ ਪੁਆਇੰਟ ਨੂੰ ਐਕਸਪਲੇਨੇਸ਼ਨ ਦੇਣੀ ਆ। ਉਸ ਤੋਂ ਬਾਅਦ ਤੁਸੀਂ ਐਗਜ਼ਾਮਪਲ ਦੇ ਸਕਦੇ ਹੋ। ਠੀਕ ਹੈ, ਤਾਂ ਇਹ ਚੀਜ਼ ਬੋਡੀ ਪੈਰਾਗ੍ਰਾਫ ਦੇ ਵਿੱਚ ਆਉਂਦੀ ਹੈ। ਠੀਕ ਹੈ, ਕਨਕਲੂਜਨ ਹਾਰਡਲੀ 1 ਜਾਂ 2 ਸਟੇਟਮੈਂਟਸ ਦਾ ਹੀ ਹੁੰਦਾ ਹੈ। ਤਾਂ ਕਨਕਲੂਜਨ ਦੇ ਵਿੱਚ ਤੁਸੀਂ ਜਸਟ ਦੱਸਣਾ ਹੁੰਦਾ ਕਿ ਤੁਹਾਡਾ ਟਾਸਕ ਹੈ ਕਿਸ ਬਾਰੇ ਹੈ। ਠੀਕ ਹੈ, ਜਸਟ ਆਪਾਂ ਕਨਕਲੂਡ ਕਰਨਾ ਹੁੰਦਾ ਆਪਣੇ ਟਾਸਕ ਨੂੰ। ਠੀਕ ਹੈ, ਰਾਈਟਿੰਗ ਟਾਸਕ 2 ਵੇਲੇ ਲਿਖਣ ਵੇਲੇ ਕਦੇ ਵੀ ਬੁਲੇਟ ਪੁਆਇੰਟਸ ਨਹੀਂ ਲਿਖਣੇ। ਲਾਈਕ ਜਿਵੇਂ ਆਪਾਂ ਇੱਦਾਂ ਨਹੀਂ ਛੋਟੇ ਹੁੰਦੇ ਲਿਖ ਦਿੰਦੇ ਸੀ ਇੰਟਰੋਡਕਸ਼ਨ ਪਾ ਕੇ, ਹੈ ਨਾ, ਫਿਰ ਆਹ ਚੀਜ਼ ਪਾ ਕੇ ਐਵੇਂ ਲਿਖ ਦਿੰਦੇ ਹੁੰਦੇ ਸੀ, ਫਿਰ ਇੰਟਰੋਡਕਸ਼ਨ ਆਪਾਂ ਸਟਾਰਟ ਕਰਦੇ ਸੀ ਇੱਥੇ। ਠੀਕ ਹੈ, ਉਹ ਚੀਜ਼ ਨਹੀਂ ਕਰਨੀ ਕਦੇ ਵੀ। ਜਿਵੇਂ ਆਹ ਤੁਹਾਡਾ ਪੇਪਰ ਹੈ, ਠੀਕ ਹੈ, ਬਸ ਤੁਸੀਂ ਸਿੱਧੀ ਇੰਟਰੋਡਕਸ਼ਨ ਜੋ ਵੀ ਹੈ ਤੁਹਾਡੇ, ਹੈ ਨਾ, ਇਹ ਸਿੱਧਾ ਐਵੇਂ ਹੀ ਬਸ ਲਿਖੀ ਜਾਊਗੀ। ਐਂਡ ਹੋਰ ਗੱਲ, ਕਦੇ ਵੀ ਵਰਡ ਨੂੰ ਇੱਥੇ ਨਹੀਂ ਸਟਾਰਟ ਕਰੋਗੇ। ਲਾਈਕ ਜਿਵੇਂ ਆਹ ਤੁਹਾਡਾ ਪੇਪਰ ਹੈ, ਤੁਸੀਂ ਐਵੇਂ ਆਪਾਂ ਛੋਟੇ ਹੁੰਦੇ ਕਰ ਦਿੰਦੇ ਸੀ, ਹੈ ਨਾ, ਫਸਟ ਪੈਰੇ ਨੂੰ ਜਿਵੇਂ, ਜਾਂ ਜੋ ਵੀ ਪੈਰੇ ਹੁੰਦੇ ਸੀ ਆਪਾਂ ਉਹਨਾਂ ਨੂੰ ਇੱਥੋਂ ਵਿੱਚੋਂ ਜੇ ਸਟਾਰਟ ਕਰ ਦਿੰਦੇ ਸੀ, ਉਹ ਚੀਜ਼ ਵੀ ਨਹੀਂ ਕਰਨੀ। ਠੀਕ ਹੈ, ਇੱਦਾਂ ਸਟਾਰਟਿੰਗ ਤੋਂ ਹੀ ਤੁਸੀਂ ਸਟਾਰਟ ਕਰੋਗੇ ਆਪਣਾ ਪੈਰਾਗ੍ਰਾਫ। ਇੱਕ ਲਾਈਨ ਛੱਡ ਦੋਗੇ, ਲਾਈਕ ਜਿਵੇਂ ਇੱਕ ਪੈਰਾਗ੍ਰਾਫ ਹੋ ਗਿਆ, ਇਸ ਤੋਂ ਬਾਅਦ ਇੱਕ ਲਾਈਨ ਤੁਸੀਂ ਛੱਡ ਦੋਗੇ, ਫਿਰ ਅਗਲਾ ਪੈਰਾ ਇੱਦਾਂ ਸਟਾਰਟ ਕਰ ਦੋਗੇ। ਠੀਕ ਹੈ, ਫਿਰ ਲਾਈਨ ਛੱਡ ਕੇ ਅਗਲਾ ਪੈਰਾ ਤੁਸੀਂ ਸਟਾਰਟ ਕਰ ਦੋਗੇ, ਬਟ ਕਦੇ ਵੀ ਐਵੇਂ ਜੇ ਸਟਾਰਟ ਨਹੀਂ ਕਰਨਾ। ਠੀਕ ਹੈ, ਬੁਲੇਟ ਪੁਆਇੰਟਸ ਨਹੀਂ ਕਰਨੇ, ਐਵੇਂ ਨਹੀਂ ਕਰਨਾ। ਐਂਡ ਕਦੇ ਆਪਣੇ ਕੋਲ ਐਵੇਂ ਹੁੰਦਾ ਨਾ ਕਿ ਕੋਈ ਵਰਡ ਵੱਡਾ ਹੈ ਤਾਂ ਆਪਾਂ ਐਂਡ 'ਤੇ ਇੱਥੇ ਕੁਛ ਲਿਖ ਦਈਏ ਐਂਡ ਇੱਥੇ ਐਵੇਂ ਜੇ ਪਾ ਕੇ ਆਪਾਂ ਐਵੇਂ ਕਰ ਦਿੰਦੇ ਹੁੰਦੇ ਹਾਂ, ਹੈ ਨਾ, ਇਹ ਚੀਜ਼ ਵੀ ਨਹੀਂ ਕਰਨੀ।
ठीक है। जो तुहाडे कोल इत्थे तुहानूं पता कि नहीं चीज़ आ रही तो उहनूं छड्डो एंड इत्थे आ जाओ, ठीक है। कदे भी हैश जे ला के जो भी तुसीं कर दिंदे हो ये चीज़ां नहीं करनियां, अवॉइड करिया करो, ये चीज़ां बैंड्स घटा सकदियां ने। राइटिंग टास्क 2 फॉर्मल हुंदा है। फॉर्मल इन द सेंस बहुत सारे वर्ड्स हुंदे आ ਜਿਹੜੇ फॉर्मल, लाइक जिवें चिल्ड्रन है, ਤੁਸੀਂ चिल्ड्रन यूज़ किया गुड, बट जे तुसी किड्स यूज़ करता चिल्ड्रन की जगह, ये इनफॉर्मल वर्ड है तो थोड़े उत्थे भी बैंड्स डिडक्ट हो सकते हैं, ठीक है। तो किड्स इदां दे इनफॉर्मल वर्ड तुसी नहीं यूज़ कर सकते, लाइक अलॉट, ठीक है। ये सब चीज़ां नहीं यूज़ करनियां, लाइक, ठीक है। इनफॉर्मल वर्ड्स आ जाते हैं, ये फॉर्मल राइटिंग दे विच तुसी नहीं यूज़ कर सकते। टाइप्स देखो, राइटिंग टास्क 2 दियां कोई इदां फिक्स टाइप्स नहीं होंदियां कि लाइक 3 होंदियां जां 5 जां 6। टीचर्स अपने अकॉर्डिंग इन्हों डिवाइड कर देंगे है, ठीक है। टीचर्स 3 दे विच डिवाइड करके उन्होंने सब डिवाइड कर देंगे अगे, ठीक है। तो आप इन्हां दी टाइप्स पढ़ते हैं। पहली टाइप आ जाती है ओपीनियन, ओपीनियन ऐसे, ठीक है। ये थोड़ा ओपीनियन पूछा जाता है, ये क्वेश्चन आ सकते हैं वट इज़ योर ओपीनियन, ऐदा कुछ आ सकता। कोई भी स्टेटमेंट लिखी होगी उस तो बाद थोड़ा क्वेश्चन, उन्होंने क्वेश्चन ये होगा वट इज़ योर ओपीनियन, तुसी की सोचते हो, ठीक है। जा सकता डू यू अग्री और डिसअग्री, कि तुसी सहमत हो या नहीं सहमत हो, ठीक है। कि तुसी अग्री करते हो जो भी स्टेटमेंट अगे लिखी हुई है स्टेटमेंट, उस तो बाद आ गया कि तुसी उस नाल एग्री हो या उस नाल डिसएग्री हो, ठीक है। ਜਾਂ फिर आ जाता टू वट एक्सटेंट डू यू अग्री और डिसएग्री, डू यू अग्री और डिसएग्री, ठीक है। ਇਹਦੇ ਵਿੱਚ ਤੁਸੀਂ ਇਹਨਾਂ ਸਾਰਿਆਂ ਵਿੱਚ ਜਾਂ ਤਾਂ ਤੁਸੀਂ ਸਟੇਟਮੈਂਟ ਨਾਲ ਅਗਰੀ ਹੋ ਸਕਦੇ ਹੋ, ਜਾਂ ਸਟੇਟਮੈਂਟ ਨਾਲ ਡਿਸਐਗਰੀ ਹੋ ਸਕਦੇ ਹੋ, ਜਾਂ ਫਿਰ ਤੁਸੀਂ ਪਾਰਸ਼ੀਅਲ ਵੀ ਜਾ ਸਕਦੇ ਹੋ, ਠੀਕ ਹੈ। ਬਟ ਪਾਰਸ਼ੀਅਲ ਵੇਲੇ ਥੋੜਾ ਜਿਹਾ ਬੱਚਿਆਂ ਨੂੰ ਕਨਫਿਊਜ਼ ਹੋ ਜਾਂਦੇ ਨੇ ਬੱਚੇ, ਤਾਂ ਉਹ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ। ਬਟ ਕਦੇ ਕਦੇ ਤੁਸੀਂ ਜਾ ਸਕਦੇ ਹੋ, ਮੈਂ ਤੁਹਾਨੂੰ ਐਗਜ਼ਾਮਪਲਸ ਦਿਖਾਉਂਗੀ ਕਿ ਜਿੱਥੇ ਆਪਣੇ ਕੋਲ ਹੋਰ ਕੋਈ ਚਾਂਸ ਹੀ ਨਹੀਂ ਹੁੰਦਾ, ਠੀਕ ਹੈ। ਮਤਲਬ ਜਾਂ ਫਿਰ ਆਪਣੇ ਕੋਲ ਆਈਡੀਆਜ਼ ਦੀ ਕਮੀ ਹੁੰਦੀ ਆ ਤਾਂ ਆਪਾਂ ਪਾਰਸ਼ੀਅਲ ਹੋ ਜਾਂਦੇ ਆ, ਜਾਂ ਫਿਰ ਉਹ ਵੀ ਆਪਾਂ ਇੱਕ ਸੋਚ ਕੇ ਇੱਕ ਓਪੀਨੀਅਨ ਦੇਣਾ ਹੁੰਦਾ, ਠੀਕ ਹੈ। ਮਤਲਬ ਪੂਰਾ ਮੈਂਸ਼ਨ ਹੁੰਦਾ ਹੈਗਾ, ਮੈਂ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਦੱਸੂਗੀ, ਠੀਕ ਹੈ। ਜੇ ਤੁਸੀਂ ਐਗਰੀ ਕਰਦੇ ਹੋ ਸਟੇਟਮੈਂਟ ਦੇ ਨਾਲ, ਐਂਡ ਇੱਕ ਹੋਰ ਗੱਲ, ਇਹ ਜਿਹੜਾ ਥੋੜਾ ਓਪੀਨੀਅਨ ਐਸੇ ਹੁੰਦਾ ਇਹਦੇ 'ਚ ਇੰਟਰੋਡਕਸ਼ਨ ਦੇ ਵਿੱਚ ਲਿਖਣਾ ਜ਼ਰੂਰੀ ਹੁੰਦਾ, ਠੀਕ ਹੈ। ਇੰਟਰੋਡਕਸ਼ਨ 'ਚ ਤੁਸੀਂ ਜਿੱਥੇ ਥੀਸਿਸ ਸਟੇਟਮੈਂਟ ਲਿਖਦੇ ਹੋ ਉਹਦੇ ਵਿੱਚ ਲਿਖਣਾ ਜ਼ਰੂਰੀ ਹੁੰਦਾ ਕਿ ਤੁਹਾਡਾ ਓਪੀਨੀਅਨ ਹੈ ਕੀ ਆ, ਠੀਕ ਹੈ। ਲਾਈਕ ਇਨ ਮਾਈ ਓਪੀਨੀਅਨ, ਤੁਸੀਂ ਜਿਸ ਦੇ ਨਾਲ ਵੀ ਹੋ, ਆਈ ਅਗਰੀ, ਤੁਸੀਂ ਜਿਸ ਨਾਲ ਅਗਰੀ ਕਰਦੇ ਹੋ ਜਾਂ ਡਿਸਐਗਰੀ ਕਰਦੇ ਹੋ, ਉਹ ਚੀਜ਼ ਲਿਖਣੀ ਆ। ਐਂਡ ਇੱਕ ਹੋਰ ਗੱਲ, ਇਹ ਚੀਜ਼ ਕਦੇ ਨਾ ਲਿਖਿਆ ਕਰੋ ਆਈ ਅਗਰੀ ਵਿਦ ਦਿਸ ਸਟੇਟਮੈਂਟ, ਵਿਦ ਦਿਸ ਸਟੇਟਮੈਂਟ ਨੂੰ ਨਾ ਲਿਖਿਆ ਕਰੋ, ਉਹਦੀ ਜਗ੍ਹਾ 'ਤੇ ਜੋ ਵੀ ਸਟੇਟਮੈਂਟ ਹੈ ਉਹਨੂੰ ਰੀਫਰੇਜ਼ ਕਰਕੇ ਅਲੱਗ ਆਪਣੇ ਵੇ ਦੇ ਨਾਲ ਲਿਖੋ, ਠੀਕ ਹੈ। ਵਿਦ ਦਿਸ ਸਟੇਸ਼ਨ, ਵਿਦ ਦਿਸ ਨੋਸ਼ਨ ਵਗੈਰਾ, ਇੱਦਾਂ ਜੋ ਵੀ ਤੁਸੀਂ ਲਿਖ ਦਿੰਦੇ ਹੋ ਨਾ, ਉਹ ਚੀਜ਼ਾਂ ਬੈਂਡਸ ਘਟਾ ਸਕਦੀਆਂ ਨੇ, ਠੀਕ ਹੈ। ਤਾਂ ਜੇ ਤੁਸੀਂ ਅਗਰੀ ਕਰਦੇ ਹੋ ਤਾਂ ਜਿਹੜੇ ਤੁਹਾਡੇ BPs ਹੋਣਗੇ ਫਸਟ ਬੋਡੀ ਪੈਰਾਗ੍ਰਾਫ, ਉਹਦੇ ਵਿੱਚ ਵੀ ਅਗਰੀ ਦਾ ਹੀ ਪੁਆਇੰਟ ਆਊਗਾ, ਐਂਡ BP ਸੈਕਿੰਡ ਦੇ ਵਿੱਚ ਵੀ ਅਗਰੀ ਦਾ ਹੀ ਆਊਗਾ, ਠੀਕ ਹੈ। ਜੇ ਤੁਹਾਡੇ ਕੋਲ ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਜੇ ਤੁਸੀਂ ਇੱਕ ਹੀ ਤੁਹਾਡੇ ਕੋਲ ਪੁਆਇੰਟ ਹੈ ਐਂਡ ਉਹਨੂੰ ਤੁਹਾਨੂੰ ਆਉਂਦਾ ਹੈ ਕਿ ਕਿਵੇਂ ਤੁਸੀਂ ਇੱਕ ਪੁਆਇੰਟ ਨੂੰ ਮੈਂਸ਼ਨ ਕਰ ਸਕਦੇ ਹੋ, ਫਿਰ ਉਹਨੂੰ ਕਿਵੇਂ ਐਕਸਪਲੇਨ ਕਰ ਸਕਦੇ ਹੋ, ਫਿਰ ਉਹਦੀਆਂ ਕਿਵੇਂ ਐਗਜ਼ਾਮਪਲਸ ਦੇ ਸਕਦੇ ਹੋ, ਠੀਕ ਹੈ। ਜੇ ਤੁਹਾਨੂੰ ਇਹ ਸਭ ਚੀਜ਼ਾਂ ਚੰਗੀ ਤਰ੍ਹਾਂ ਆਉਂਦੀਆਂ ਨੇ ਤਾਂ ਤੁਸੀਂ ਇੱਕ ਹੀ BP ਪੈਰਾਗ੍ਰਾਫ ਦੇ ਵਿੱਚ ਉਹ ਪੁਆਇੰਟ ਨੂੰ ਪੂਰਾ ਮੈਂਸ਼ਨ ਕਰ ਸਕਦੇ ਹੋ ਚੰਗੀ ਤਰ੍ਹਾਂ, ਠੀਕ ਹੈ। ਫਿਰ ਸੈਕਿੰਡ ਦੇ ਵਿੱਚ ਦੂਸਰੇ ਪੁਆਇੰਟ ਨੂੰ ਕਰ ਸਕਦੇ ਹੋ। ਬਟ ਜੇ ਤੁਸੀਂ ਇੰਨੀ ਜ਼ਿਆਦਾ ਹੈ ਨਾ, ਇੰਨਾ ਜ਼ਿਆਦਾ ਇਲੈਬੋਰੇਟ ਨਹੀਂ ਕਰ ਪਾ ਰਹੇ, ਮਤਲਬ ਥੋੜਾ ਇਲੈਬੋਰੇਸ਼ਨ ਥੋੜ੍ਹੀ ਆ, ਤਾਂ ਤੁਸੀਂ ਇਹਦੇ ਵਿੱਚ BP ਦੇ ਵਿੱਚ 2 ਪੁਆਇੰਟਸ ਵੀ ਲਿਖ ਸਕਦੇ ਹੋ, ਠੀਕ ਹੈ। ਤਾਂ 2 ਪੁਆਇੰਟਸ ਤੁਸੀਂ ਇੱਥੇ ਵੀ ਲਿਖ ਸਕਦੇ ਹੋ, ਜਾਂ ਇੱਥੇ 1 ਪੁਆਇੰਟ ਵੀ ਲਿਖ ਸਕਦੇ ਹੋ, ਮਤਲਬ 3 ਪੁਆਇੰਟ ਵੀ ਟੋਟਲ ਕਰ ਸਕਦੇ ਹੋ, 4 ਵੀ ਕਰ ਸਕਦੇ ਹੋ, ਜਾਂ 2 ਵੀ ਕਰ ਸਕਦੇ ਹੋ, ਡਿਪੈਂਡ ਹੈ ਕਿ ਤੁਸੀਂ ਕਿਵੇਂ ਐਕਸਪਲੇਨ ਕਰ ਰਹੇ ਹੋ, ਠੀਕ ਹੈ। ਨੈਕਸਟ, ਜੇ ਤੁਸੀਂ ਡਿਸਐਗਰੀ ਕਰਦੇ ਹੋ ਤਾਂ ਦੋਨੋਂ BPs ਦੇ ਵਿੱਚ ਹੀ ਤੁਹਾਡੀ ਡਿਸਐਗਰੀਮੈਂਟ ਆਊਗਾ। BP 1 ਦੇ ਵਿੱਚ ਵੀ ਤੁਸੀਂ ਕਿਉਂ ਡਿਸਐਗਰੀ ਕਰਦੇ ਹੋ ਉਹਦੇ ਪੁਆਇੰਟਸ ਆਉਣਗੇ, ਐਂਡ BP 2 ਦੇ ਵਿੱਚ ਵੀ ਉਹਦੇ ਹੀ ਪੁਆਇੰਟ ਆਉਣਗੇ ਕਿ ਕਿਉਂ ਤੁਸੀਂ ਡਿਸਐਗਰੀ ਕਰਦੇ ਹੋ। ਬਟ ਜੇ ਤੁਸੀਂ ਪਾਰਸ਼ੀਅਲ ਜਾਂਦੇ ਹੋ, ਠੀਕ ਹੈ, ਤਾਂ ਤੁਹਾਡੇ BPs ਚੇਂਜ ਹੋਣਗੇ। BP 1 ਦੇ ਵਿੱਚ ਤੁਸੀਂ ਤੁਹਾਡੇ ਤਾਂ ਹੋਣਗੇ ਜੇ ਮਤਲਬ ਤੁਸੀਂ ਐਗਰੀ ਕਿਉਂ ਕਰਦੇ ਹੋ ਥੋੜ੍ਹਾ ਜਿਹਾ, ਐਂਡ BP 2 ਦੇ ਵਿੱਚ ਤੁਹਾਡੇ ਡਿਸਐਗਰੀ ਵਾਲੇ ਆਉਣਗੇ, ਠੀਕ ਹੈ। ਇੱਥੇ ਡਿਸਐਗਰੀ ਵਾਲੇ ਆ ਜਾਊਗਾ, ਇੱਥੇ ਐਗਰੀ ਵਾਲਾ, ਕਿਵੇਂ ਵੀ ਕਰ ਸਕਦੇ ਹੋ। ਵੈਸੇ ਕਈ ਲੋਕ ਕਹਿੰਦੇ ਕਿ ਡਿਸਐਗਰੀ ਵਾਲਾ ਪਹਿਲਾਂ ਕਰ ਦਿੰਦੇ ਆ, ਹੈ ਨਾ, ਕਿਵੇਂ ਵੀ ਕਰ ਸਕਦੇ ਹੋ। ਬਸ ਸਟੇਟਮੈਂਟ ਆਪਾਂ ਪਰ ਪੈਰਾਗ੍ਰਾਫ ਦੇ ਵਿੱਚ ਪਤਾ ਹੋਣਾ ਚਾਹੀਦਾ, ਰੀਡਰ ਨੂੰ ਪਤਾ ਲੱਗਣਾ ਚਾਹੀਦਾ ਕਿ ਇਸ ਪੈਰਾਗ੍ਰਾਫ ਦੇ ਵਿੱਚ ਹੈ ਕੀ ਆ। ਤਾਂ ਪਹਿਲੀ ਸਟੇਟਮੈਂਟ ਇੱਦਾਂ ਦੀ ਹੋਣੀ ਚਾਹੀਦੀ ਹੈ ਕਿ
ਇਹ ਮਤਲਬ ਇਹ ਪੈਰੇ ਵਿੱਚ ਥੋੜੀ ਐਗਰੀਮੈਂਟ ਹੈ ਜਾਂ ਡਿਸਐਗਰੀਮੈਂਟ ਹੈ, ਠੀਕ ਹੈ। ਤਾਂ ਇਹ ਚੀਜ਼ ਹੋਊਗੀ ਕਿ ਤੁਸੀਂ ਬੀਪੀਜ਼ ਨੂੰ ਕਿਵੇਂ ਫੋਲੋ ਕਰਨਾ ਹੈ। ਹਾਂਜੀ ਦੇਖੋ ਇਸ ਟਾਈਪ ਦੀਆਂ ਐਗਜ਼ਾਮਪਲਸ ਕਿਹੜੀਆਂ ਹੁੰਦੀਆਂ ਨੇ। ਦੇਖੋ ਪਹਿਲੀ ਐਗਜ਼ਾਮਪਲ, ਸਮ ਪੀਪਲ ਬਿਲੀਵ ਡੈਟ ਵਾਇਲੈਂਸ ਔਨ ਟੈਲੀਵਿਜ਼ਨ ਐਂਡ ਇਨ ਕੰਪਿਊਟਰ ਗੇਮਸ ਹੈਜ਼ ਅ ਡੈਮੇਜਿੰਗ ਇਫੈਕਟ। ਮਤਲਬ ਇੱਕ ਤੁਹਾਡਾ ਇਹ ਪੁਆਇੰਟ ਹੋ ਗਿਆ ਕਿ ਕਈ ਲੋਕ ਸੋਚਦੇ ਆ ਕਿ ਡੈਮੇਜਿੰਗ ਇਫੈਕਟ ਹੈਗਾ ਇਹ ਇਹਨਾਂ ਚੀਜ਼ਾਂ ਦਾ, ਟੈਲੀਵਿਜ਼ਨ ਦਾ ਐਂਡ ਕੰਪਿਊਟਰ ਗੇਮਸ ਦਾ ਲੋਕਾਂ ਦੇ ਉੱਤੇ, ਠੀਕ ਹੈ, ਔਨ ਸੋਸਾਇਟੀ, ਲਾਈਕ ਜਿਵੇਂ ਆਪਾਂ ਕਹਿ ਸਕਦੇ ਹਾਂ ਬੱਚਿਆਂ ਦੇ ਉੱਤੇ ਜਾਂ ਫਿਰ ਹੈ ਨਾ ਪੀਪਲ ਦੇ ਉੱਤੇ। ਐਂਡ ਅਦਰਸ ਹੈ ਜਿਹੜੇ ਉਹ ਡਿਨਾਈ ਕਰਦੇ ਆ। ਮਤਲਬ ਸੈਕਿੰਡ ਪੁਆਇੰਟ ਤੁਹਾਡਾ ਇਹ ਹੋ ਗਿਆ। ਤਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ 'ਚ ਜਾਓਗੇ, ਠੀਕ ਹੈ, ਜਾਂ ਤਾਂ ਤੁਸੀਂ ਇਹਦੇ 'ਚ ਚੱਲ ਜਾਓ ਜਾਂ ਤੁਸੀਂ ਇਹਦੇ 'ਚ ਚੱਲ ਜਾਓ। ਬਟ ਇੱਦਾਂ ਦੇ ਕੁਐਸਚਨ 'ਚ ਕਦੇ ਵੀ ਪਾਰਸ਼ੀਅਲ ਨਾ ਹੋਇਆ ਕਰੋ, ਬਿਕੋਜ਼ ਇਹ ਬਿਲਕੁਲ ਹੀ ਇੱਕ ਦੂਜੇ ਦੇ ਆਪੋਜ਼ਿਟ ਕੁਐਸਚਨਸ ਨੇ ਨਾ। ਇੱਕ 'ਚ ਤਾਂ ਕਹਤਾ ਕਿ ਡੈਮੇਜਿੰਗ ਇਫੈਕਟ ਹੈਗੇ ਆ, ਇੱਕ 'ਚ ਕਹਤਾ ਕਿ ਨਹੀਂ ਹੈਗੇ। ਤਾਂ ਜੇ ਤੁਸੀਂ ਇਹਦੇ 'ਚ ਪਾਰਸ਼ੀਅਲ ਜਾਓਗੇ ਤਾਂ ਤੁਸੀਂ ਆਪਣੇ ਆਪ ਲਈ ਹੀ ਕਨਫਿਊਜ਼ਨ ਕ੍ਰੀਏਟ ਕਰੋਗੇ, ਠੀਕ ਹੈ। ਤਾਂ ਇੱਕ 'ਚ ਚਲੇ ਜਾਓ, ਲਾਈਕ ਇਹਦੇ 'ਚ ਚਲੇ ਜਾਓ, ਤਾਂ BP1 ਦੇ ਵਿੱਚ ਇਹਦਾ ਇੱਕ ਪੁਆਇੰਟ ਦੇ ਦਿਓ ਕਿ ਕਿਉਂ ਡੈਮੇਜਿੰਗ ਇਫੈਕਟ ਹੈ। BP2 ਦੇ ਵਿੱਚ ਇਹਦਾ ਇੱਕ ਪੁਆਇੰਟ ਦੇ ਦਿਓ। ਇੱਕ ਜੇ ਦੇਣਾ ਚਾਹੁੰਦੇ ਹੋ ਤਾਂ ਇੱਕ ਦੇ ਦਿਓ, ਜੇ ਇੱਕ ਹੋਰ ਦੇਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਚੋਇਸ ਹੈ, ਠੀਕ ਹੈ, ਕਿ ਤੁਸੀਂ ਕਿਵੇਂ ਇਲੈਬੋਰੇਟ ਕਰਦੇ ਹੋ, ਠੀਕ ਹੈ। ਤਾਂ ਮਤਲਬ ਤੁਸੀਂ ਇਹੋ ਜਿਹੇ ਕੁਐਸਚਨਸ ਦੇ ਵਿੱਚ ਸਿਰਫ ਇੱਕ ਹੀ ਚੋਇਸ ਰੱਖਿਆ ਕਰੋ, ਜਾਂ ਤਾਂ 1 ਦੇ ਨਾਲ ਜਾਓ ਜਾਂ 2 ਦੇ ਨਾਲ ਜਾਓ। ਨੈਕਸਟ ਇਜ਼ ਬਿਗ ਸੈਲਰੀ ਇਜ਼ ਮਚ ਮੋਰ ਇੰਪੋਰਟੈਂਟ ਦੈਨ ਜੋਬ ਸੈਟਿਸਫੈਕਸ਼ਨ। ਡੂ ਯੂ ਅਗਰੀ ਔਰ ਡਿਸਅਗਰੀ? ਤਾਂ ਦੇਖੋ ਇਹਦੇ ਵਿੱਚ ਵੀ ਤੁਸੀਂ ਇੱਕ ਪਾਸੇ ਹੀ ਜਾਓਗੇ ਤਾਂ ਤੁਹਾਡੇ ਲਈ ਸੌਖਾ ਹੋ ਸਕਦਾ ਹੈ ਨਾ, ਕਿਉਂਕਿ ਤੁਸੀਂ ਬਿਗ ਸੈਲਰੀ ਬਾਰੇ ਗੱਲ ਕਰੋਗੇ ਤਾਂ ਤੁਹਾਡੇ ਲਈ ਸੌਖਾ ਹੈ ਕਿ ਉਹ ਕਿਉਂ ਇੰਪੋਰਟੈਂਟ ਹੈ, ਠੀਕ ਹੈ। ਜੇ ਡਿਸਐਗਰੀ ਕਰਦੇ ਹੋ ਤਾਂ ਵੀ ਤੁਹਾਡੇ ਲਈ ਸੌਖਾ ਹੋਊਗਾ ਕਿ ਕਿਉਂ ਬਿਗ ਸੈਲਰੀ ਇੰਪੋਰਟੈਂਟ ਨਹੀਂ ਆ ਜੋਬ ਸੈਟਿਸਫੈਕਸ਼ਨ ਨਾਲੋਂ, ਕਿਉਂ ਜੋਬ ਸੈਟਿਸਫੈਕਸ਼ਨ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਤਾਂ ਤੁਸੀਂ ਜਾਂ ਫਿਰ ਐਗਰੀਮੈਂਟ ਵੱਲ ਚੱਲ ਜਾਓ ਜਾਂ ਡਿਸਐਗਰੀਮੈਂਟ ਵੱਲ। ਐਂਡ ਹੋਰ ਆ ਸਕਦਾ, ਸਮ ਪੀਪਲ ਬਿਲੀਵ ਡੈਟ ਟੀਨੇਜਰਸ ਸ਼ੁੱਡ ਕੰਸਨਟਰੇਟ ਔਨ ਆਲ ਸਕੂਲ ਸਬਜੈਕਟਸ। ਆ ਤੁਹਾਡਾ ਪਹਿਲਾ ਪੁਆਇੰਟ ਹੋ ਗਿਆ, ਠੀਕ ਹੈ। ਵਾਈਲ ਅਦਰਸ ਕਲੇਮ ਡੈਟ ਸਟੂਡੈਂਟਸ ਸ਼ੁੱਡ ਫੋਕਸ ਔਨ ਦੀ ਸਬਜੈਕਟ ਡੈਟ ਦੇ ਆਰ ਇਨ ਬੈਸਟ ਐਟ। ਮਤਲਬ ਪਹਿਲੇ ਪੁਆਇੰਟ 'ਚ ਹੋ ਗਿਆ ਕਿ ਕਈ ਲੋਕ ਕਹਿੰਦੇ ਆ ਕਿ ਟੀਨੇਜਰ ਨੂੰ ਸਾਰੇ ਸਬਜੈਕਟਸ ਪੜ੍ਹਨੇ ਚਾਹੀਦੇ ਆ, ਐਂਡ ਕਈ ਲੋਕ ਕਹਿੰਦੇ ਆ ਕਿ ਉਹਨਾਂ ਨੂੰ ਉਹੀ ਸਬਜੈਕਟਸ ਪੜ੍ਹਨੇ ਚਾਹੀਦੇ ਆ ਜਿਹੜੇ ਉਹਨਾਂ ਨੂੰ ਵਧੀਆ ਲੱਗਦੇ ਆ ਜਾਂ ਉਹਨਾਂ ਨੂੰ ਜਿਹਦੇ 'ਚ ਉਹ ਬੈਸਟ ਨੇ, ਠੀਕ ਹੈ। ਤਾਂ ਤੁਸੀਂ ਇਹਦੇ ਵਿੱਚ ਤੁਸੀਂ ਓਪੀਨੀਅਨ ਦੇਣਾ, ਇਹਦੇ ਵਿੱਚ ਤੁਸੀਂ ਇਹਦੇ ਨਾਲ ਵੀ ਜਾ ਸਕਦੇ ਹੋ, ਤੁਹਾਡੀ ਚੋਇਸ, ਸੈਕਿੰਡ ਵਾਲੇ ਨਾਲ ਵੀ ਜਾ ਸਕਦੇ ਹੋ, ਤੁਹਾਡੀ ਚੋਇਸ, ਐਂਡ ਤੁਸੀਂ ਇਹਦੇ 'ਚ ਪਾਰਸ਼ੀਅਲ ਵੀ ਜਾ ਸਕਦੇ ਹੋ। ਪਾਰਸ਼ੀਅਲ ਇੱਦਾਂ ਨਹੀਂ ਜਾਣਾ ਕਿ ਤੁਸੀਂ ਮਤਲਬ ਹੈ ਨਾ ਕੁਛ ਵੀ ਉੱਥੇ ਲਿਖ ਦਿਓ, ਥੋੜਾ ਇੱਕ ਸਟੇਟ ਤੁਸੀਂ ਓਪੀਨੀਅਨ ਨੂੰ ਡਿਫਾਈਨ ਕਰਨਾ ਹੈ। ਲਾਈਕ ਜਿਵੇਂ ਜੇ ਮੈਂ ਹੁੰਦੀ ਤਾਂ ਮੈਂ ਇਹਦੇ 'ਚ ਓਪੀਨੀਅਨ ਇਹ ਡਿਫਾਈਨ ਕਰਦੀ ਕਿ ਜਿਹੜੇ ਬੱਚੇ ਹੁੰਦੇ ਆ ਹੈ ਨਾ, ਲਾਈਕ 10th ਕਲਾਸ ਤੱਕ ਜਾਂ ਫਿਰ +2 ਤੱਕ, ਸੈਕੰਡਰੀ ਐਜੂਕੇਸ਼ਨ ਤੱਕ, ਉਹਨਾਂ ਨੂੰ ਸਾਰੇ ਸਬਜੈਕਟਸ ਪੜ੍ਹਨੇ ਚਾਹੀਦੇ ਆ। ਬਟ ਜਦੋਂ ਕਾਲਜ ਲੈਵਲ 'ਤੇ ਆ ਜਾਂਦੇ ਆ ਹੈ ਨਾ, ਟਰਸ਼ਰੀ ਐਜੂਕੇਸ਼ਨ ਹੋ ਜਾਂਦੀ ਆ, ਤਾਂ ਉਹ ਸਪੈਸ਼ਲਾਈਜੇਸ਼ਨ ਕਰ ਸਕਦੇ ਆ। ਲਾਈਕ 10th ਤੱਕ ਆਪਾਂ ਨੂੰ ਸਾਰੇ ਸਬਜੈਕਟਸ ਹੁੰਦੇ ਆ ਹੈ ਨਾ, SST ਵੀ ਹੁੰਦੀ ਆ, ਮਤਲਬ ਸੋਸ਼ਲ ਸਾਇੰਸ ਵੀ ਹੁੰਦੀ ਆ ਜਿਹਦੇ 'ਚ ਹਿਸਟਰੀ ਵਗੈਰਾ ਸਭ ਕੁਛ ਆ ਜਾਂਦਾ, ਸਾਇੰਸ ਵੀ ਹੁੰਦੀ ਆ। ਬਟ ਜਦੋਂ ਆਪਾਂ ਫਿਰ +1 ਦੇ ਵਿੱਚ ਆਉਂਦੇ ਆ ਹੈ ਨਾ, ਤਾਂ ਆਪਾਂ ਅਲੱਗ-ਅਲੱਗ ਹੋ ਜਾਂਦੇ ਆ ਨਾ, ਸਟਰੀਮਸ ਅਲੱਗ-ਅਲੱਗ ਡਿਵਾਈਡ ਹੋ ਜਾਂਦੀਆਂ। ਤਾਂ ਤੁਸੀਂ ਆਪਣੇ ਅਕੋਰਡਿੰਗ ਇਸ ਨੂੰ ਵੀ ਓਪੀਨੀਅਨ ਇੱਦਾਂ ਲਿਖ ਸਕਦੇ ਹੋ ਕਿ ਮੇਰੇ ਓਪੀਨੀਅਨ ਦੇ ਅਕੋਰਡਿੰਗ ਜਿਹੜੇ ਬੱਚਿਆਂ ਤੱਕ ਹੁੰਦੇ ਆ, ਲਾਈਕ 10th ਕਲਾਸ ਤੱਕ ਉਹਨਾਂ ਨੂੰ ਸਾਰੇ ਸਬਜੈਕਟਸ ਹੋਣੇ ਜ਼ਰੂਰੀ ਆ। ਬਟ ਜਦੋਂ ਉਹ ਵੱਡੇ ਹੋ ਜਾਂਦੇ ਆ, ਥੋੜ੍ਹੇ ਮੈਚਿਓਰ ਹੋ ਜਾਂਦੇ ਆ, ਲਾਈਕ +1 ਦੇ ਵਿੱਚ ਉਹਨਾਂ ਨੂੰ ਫੈਸਲੇ ਲੈਣੇ ਆ ਜਾਂਦੇ ਆ, ਤਾਂ ਉਦੋਂ ਉਹਨਾਂ ਨੂੰ ਉਹ ਡਿਵਾਈਡ ਆਪਣੇ ਅਕੋਰਡਿੰਗ ਵੀ ਚੂਜ਼ ਕਰ ਸਕਦੇ ਆ। ਤਾਂ ਇੱਥੇ ਇੱਕ ਸਟੇਟ ਹੋ ਗਿਆ ਨਾ ਓਪੀਨੀਅਨ, ਬਿਲਕੁਲ ਹੀ ਸਟ੍ਰੇਟ ਫੋਰਵਰਡ ਆ ਗਿਆ ਓਪੀਨੀਅਨ ਤੁਹਾਡਾ। ਤਾਂ ਇੱਦਾਂ ਦੇ ਐਸੇਜ਼ ਦੇ ਵਿੱਚ ਤੁਸੀਂ BP1 ਦੇ ਵਿੱਚ ਪਹਿਲਾ ਪੁਆਇੰਟ ਲਿਖ ਸਕਦੇ ਹੋ ਕਿ 10th ਤੱਕ ਲਾਈਕ ਹੈ ਨਾ ਕਿਉਂ ਸਾਰੇ ਸਬਜੈਕਟਸ ਜ਼ਰੂਰੀ ਆ। BP2 ਦੇ ਵਿੱਚ ਤੁਸੀਂ ਦੂਸਰਾ ਲਿਖ ਸਕਦੇ ਹੋ ਕਿ ਜਦੋਂ ਵੱਡੇ ਹੋ ਜਾਂਦੇ ਆ +1 ਵਗੈਰਾ 'ਚ ਜਾਂ ਫਿਰ ਹਾਇਰ ਐਜੂਕੇਸ਼ਨ ਹੋ ਜਾਂਦੀ ਹੈ ਜਦੋਂ, ਉਦੋਂ ਉਹਨਾਂ ਨੂੰ ਸਪੈਸ਼ਲਾਈਜੇਸ਼ਨ ਕਿਉਂ ਜ਼ਰੂਰੀ ਆ। ਸੈਕਿੰਡ ਟਾਈਪ ਆ ਜਾਂਦੀ ਆ ਡਿਸਕਸ਼ਨ ਐਸੇ, ਠੀਕ ਹੈ। ਇਹਦੇ 'ਚ ਤੁਸੀਂ ਡਿਸਕਸ ਕਰਨਾ ਹੁੰਦਾ, ਲਾਈਕ ਕੁਐਸਚਨ ਆ ਜਾਂਦਾ ਡਿਸਕਸ ਬੋਥ ਵਿਊਜ਼, ਠੀਕ ਹੈ। ਇੱਦਾਂ ਵੀ ਆ ਸਕਦਾ ਡਿਸਕਸ ਬੋਥ ਵਿਊਜ਼ ਐਂਡ ਗਿਵ ਯੋਰ ਓਪੀਨੀਅਨ, ਇਹ ਵੀ ਆ ਜਾਂਦਾ ਹੁੰਦਾ, ਠੀਕ ਹੈ। ਮਤਲਬ ਇੱਕ ਦੇ ਵਿੱਚ ਤੁਹਾਡੇ ਤੋਂ ਓਪੀਨੀਅਨ ਮੰਗਿਆ ਹੈ, ਇੱਕ ਦੇ ਵਿੱਚ ਨਹੀਂ ਮੰਗਿਆ, ਠੀਕ ਹੈ। ਇੱਥੇ ਤੁਹਾਡੇ ਤੋਂ ਸਿਰਫ ਡਿਸਕਸ਼ਨ ਮੰਗੀ ਆ ਕਿ 2 ਵਿਊਜ਼ ਨੇ, ਕਈ ਲੋਕ ਇੱਦਾਂ ਸੋਚਦੇ ਆ, ਕਈ ਲੋਕ ਇੱਦਾਂ ਸੋਚਦੇ ਆ, 2 ਵਿਊਜ਼ ਨੇ, ਇੱਕ ਵਿਊ ਦੂਜਾ ਵਿਊ, ਠੀਕ ਹੈ। ਤਾਂ ਤੁਸੀਂ ਦੋਨਾਂ ਨੂੰ ਡਿਸਕਸ ਕਰਨਾ ਹੈ, ਠੀਕ ਹੈ। ਇਹਦੇ 'ਚ ਤੁਸੀਂ ਦੋਨਾਂ ਨੂੰ ਡਿਸਕਸ ਵੀ ਕਰਨਾ ਐਂਡ ਆਪਣਾ ਓਪੀਨੀਅਨ ਵੀ ਦੇਣਾ। ਤਾਂ ਇਹਦੇ ਵਿੱਚ ਤੁਸੀਂ ਥੀਸਿਸ ਸਟੇਟਮੈਂਟ ਦੇ ਵਿੱਚ ਆਪਣਾ ਓਪੀਨੀਅਨ ਦਿਓਗੇ ਬਿਕੋਜ਼ ਉਹਨਾਂ ਨੇ ਮੰਗਿਆ ਹੈ,
ठीक है। बट पहला जे इदां दा आ जे कि सिर्फ तुसी डिस्कस करना तो तुहानूं अपना ओपीनियन देण दी उत्थे लोड़ नहीं आ, ठीक है। ਤਾਂ ਦੇਖੋ ਹੁਣ ਆਪਾਂ ਕਿਵੇਂ ਇਹਨਾਂ ਨੂੰ ਲਿਖ ਸਕਦੇ ਹਾਂ ਪੈਰਾਗ੍ਰਾਫਸ ਦੇ ਵਿੱਚ, ਠੀਕ ਹੈ। ਫਸਟ ਦੇ ਵਿੱਚ ਤਾਂ ਤੁਹਾਨੂੰ ਮੈਂ ਤੁਹਾਨੂੰ ਕਿਹਾ ਕਿ ਇੰਟਰੋਡਕਸ਼ਨ ਦੇ ਵਿੱਚ ਥੀਸਿਸ ਸਟੇਟਮੈਂਟ ਦੇ ਵਿੱਚ ਤੁਹਾਨੂੰ ਮੈਂਸ਼ਨ ਕਰਨ ਦੀ ਲੋੜ ਨਹੀਂ ਆ। ਐਂਡ ਤਾਂ ਤੁਸੀਂ BP1 ਦੇ ਵਿੱਚ ਪਹਿਲਾ ਪੁਆਇੰਟ ਵਿਊ, ਪਹਿਲਾ ਜੋ ਵੀ ਤੁਹਾਡਾ ਪੁਆਇੰਟ ਹੈ ਨਾ ਉਹਨੂੰ ਤੁਸੀਂ ਡਿਸਕਸ ਕਰ ਸਕਦੇ ਹੋ। BP2 ਦੇ ਵਿੱਚ ਦੂਜੇ ਨੂੰ ਕਰ ਸਕਦੇ ਹੋ, ਠੀਕ ਹੈ। ਹਾਲਾਂਕਿ ਦੋਨਾਂ ਦੇ ਵਿੱਚ ਤੁਸੀਂ ਡਿਸਕਸ ਹੀ ਕਰਨੇ ਆ, ਦੋਨਾਂ ਦੇ ਵਿੱਚ ਇਹੀ ਚੀਜ਼ ਹੋਊਗੀ, ਬਟ ਇਹਦੇ ਵਾਲੇ ਤੁਹਾਡਾ ਓਪੀਨੀਅਨ ਵੀ ਮੈਂਸ਼ਨ ਕਰਨਾ ਪਊਗਾ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ, ਬਟ ਇਹਦੇ ਵੇਲੇ ਨਹੀਂ ਮੈਂਸ਼ਨ ਕਰਨਾ ਪਊ, ਠੀਕ ਹੈ। ਡਿਸਕਸ ਤੁਸੀਂ ਦੋਨੋਂ ਸੇਮ ਹੀ ਕਰਨੇ ਆ, ਚਾਹੇ ਤੁਹਾਡਾ ਓਪੀਨੀਅਨ ਮੰਗਿਆ ਚਾਹੇ ਨਹੀਂ ਮੰਗਿਆ। BPs ਤੁਹਾਡੇ ਦੋਨੇ ਵੇਲੇ ਹਮੇਸ਼ਾ ਐਵੇਂ ਹੀ ਰਹਿਣਗੇ, ਡਿਸਕਸ਼ਨ ਦੋਨਾਂ ਦੀ ਹੀ ਕਰਨੀ ਆ। ਇਹ ਨਹੀਂ ਹੈਗਾ ਕਿ ਇੱਕ ਜੇ ਤੁਸੀਂ ਓਪੀਨੀਅਨ ਤੁਹਾਡਾ ਇੱਕ ਵੱਲ ਹੈ ਤਾਂ ਤੁਸੀਂ ਇੱਕ ਨੂੰ ਹੀ ਡਿਸਕਸ ਕਰ ਆਓਗੇ, ਉੱਥੇ ਬੱਚੇ ਹਮੇਸ਼ਾ ਰੋਂਗ ਹੋ ਜਾਂਦੇ ਆ। ਤਾਂ ਦੇਖੋ ਇਹਦੀ ਐਗਜ਼ਾਮਪਲ मैं सेम ही यूज़ करी है जो पिछे थोनों एग्री डिसएग्री वाले ਉਹਦੇ ਵਿੱਚ ਪੜਾਇਆ ਸੀਗਾ। सम पीपल बिलीव दैट टीनेजर शुड कंसनट्रेट ऑन ऑल सब्जैक्ट्स। ਤਾਂ ਇਹ ਤੁਹਾਡਾ ਪਹਿਲਾ ਪੁਆਇੰਟ ਹੋ ਗਿਆ ਹੈ ਨਾ, ਤੁਸੀਂ ਇਹਨੂੰ ਪਹਿਲੇ ਪੈਰੇ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਆਹ ਤੁਹਾਡਾ ਦੂਜਾ ਪੁਆਇੰਟ ਹੋ ਗਿਆ ਕਿ ਉਹਨਾਂ ਨੂੰ ਇੱਕ ਹੀ ਸਬਜੈਕਟ ਦੇ ਉੱਤੇ ਫੋਕਸ ਕਰਨਾ ਚਾਹੀਦਾ ਜਿਹਦੇ 'ਚ ਉਹ ਇੰਟਰਸਟਿੰਗ ਨੇ, ਜਿਹੜਾ ਉਹਨਾਂ ਨੂੰ ਇੰਟਰਸਟ ਲੱਗਦਾ, ਠੀਕ ਹੈ, ਇੰਟਰਸਟਿੰਗ ਲੱਗਦਾ ਗਾ। ਤਾਂ ਇਹ ਸੈਕਿੰਡ ਪੁਆਇੰਟ ਹੋ ਗਿਆ, ਠੀਕ ਹੈ। ਤਾਂ ਤੁਸੀਂ ਦੋਨੋਂ ਹੀ ਡਿਸਕਸ ਕਰਨੇ ਆ, ਪਹਿਲੇ ਦੇ ਵਿੱਚ ਇਹ BP1 ਦੇ ਵਿੱਚ ਇਹ ਡਿਸਕਸ ਹੋ ਜੂ, BP2 ਦੇ ਵਿੱਚ ਇਹ ਡਿਸਕਸ ਹੋ ਜੂ। ਐਂਡ ਗਿਵ ਯੋਰ ਓਪੀਨੀਅਨ, ਤੁਹਾਡਾ ਓਪੀਨੀਅਨ ਜੋ ਵੀ ਹੈ, ਚਾਹੇ ਤੁਸੀਂ ਇੱਕ ਪਾਸੇ ਹੋ ਚਾਹੇ ਤੁਸੀਂ ਸੈਕਿੰਡ ਪਾਸੇ ਹੋ, ਹੈ ਨਾ, ਫਸਟ ਪੁਆਇੰਟ ਦੇ ਨਾਲ ਹੋ ਚਾਹੇ ਤੁਸੀਂ ਸੈਕਿੰਡ ਪੁਆਇੰਟ ਦੇ ਨਾਲ ਅਗਰੀ ਕਰਦੇ ਹੋ, ਚਾਹੇ ਤੁਸੀਂ ਪਾਸ਼ੀ ਹੋ, ਠੀਕ ਹੈ। ਪਰ ਤੁਹਾਡਾ ਓਪੀਨੀਅਨ ਉਹਨਾਂ ਨੇ ਮੰਗਿਆ ਹੈ ਤਾਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਓਪੀਨੀਅਨ ਲਿਖਣਾ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਟਰੋਡਕਸ਼ਨ ਦੇ ਵਿੱਚ ਹੀ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਤੁਹਾਡਾ ਜਿਹੜਾ ਟਾਸਕ ਹੈ ਉਹਦੇ ਵਿੱਚ ਤੁਹਾਡਾ ਓਪੀਨੀਅਨ ਹੈ ਕੀ ਆ। ਨੈਕਸਟ ਜਿਹੜੀ ਤੁਹਾਡੀ ਟਾਈਪ ਆ ਜਾਂਦੀ ਆ ਉਹ ਆ ਜਾਂਦੀ ਆ ਪ੍ਰੋਬਲਮ ਸੋਲਿਊਸ਼ਨ ਐਸੇ, ਠੀਕ ਹੈ। ਮਤਲਬ ਤੁਹਾਨੂੰ ਕੋਈ ਸਟੇਟਮੈਂਟ ਦਿੱਤੀ ਹੋਊਗੀ ਤਾਂ ਤੁਸੀਂ ਦੱਸਣਾ ਕਿ ਉਹ ਜਿਹੜੀ ਪ੍ਰੋਬਲਮ ਹੈ ਉਹ ਕਿਉਂ ਹੋ ਰਹੀ ਹੈ, ਠੀਕ ਹੈ। ਇਹਦੇ 'ਚ ਜ਼ਿਆਦਾਤਰ ਤੁਸੀਂ ਦੋ ਚੀਜ਼ਾਂ ਸੋਚਣੀਆਂ ਹੁੰਦੀਆਂ ਕਿ ਜੋ ਪ੍ਰੋਬਲਮ ਹੈ, ਇੱਕ ਤਾਂ ਤੁਸੀਂ ਸੋਚਣਾ ਵਾਈ, ਕਿ ਉਹ ਪ੍ਰੋਬਲਮ ਕਿਉਂ ਹੋ ਰਹੀ ਹੈ, ਠੀਕ ਹੈ, ਮਤਲਬ ਉਹਦੇ ਕੌਜ਼ਿਸ, ਠੀਕ ਹੈ। ਉਹਨੂੰ ਆਪਾਂ ਕੌਜ਼ਿਸ, ਇਹਨੂੰ ਕੌਜ਼ਿਸ ਸੋਲਿਊਸ਼ਨ ਐਸੇ ਵੀ ਕਹਿ ਦਿੰਦੇ ਹਾਂ। ਤਾਂ ਜੋ ਵੀ ਉਹਨਾਂ ਨੇ ਪ੍ਰੋਬਲਮ ਮੈਂਸ਼ਨ ਕਰੀ ਆ ਉਹਦਾ ਤੁਸੀਂ ਵਾਈ ਸੋਚਣਾ ਕਿ ਕਿਉਂ ਉਹ ਪ੍ਰੋਬਲਮ ਹੋ ਰਹੀ ਹੈ। ਐਂਡ ਸੈਕਿੰਡ ਤੁਸੀਂ ਹਾਊ ਸੋਚਣਾ ਕਿ ਕਿਵੇਂ ਉਹ ਪ੍ਰੋਬਲਮ ਨੂੰ ਸੋਲਵ ਕੀਤਾ ਜਾ ਸਕਦਾ ਹੈ, ਹਾਊ। ਤਾਂ ਇਟ ਮੀਨਸ ਇੱਥੇ ਤੁਸੀਂ ਸੋਲਿਊਸ਼ਨ ਦੋਗੇ। ਪਹਿਲਾ ਪੈਰਾਗ੍ਰਾਫ ਦੇ ਵਿੱਚ ਤੁਸੀਂ BP1 ਦੇ ਵਿੱਚ, ਠੀਕ ਹੈ, ਕੌਜ਼ਿਸ ਦੋਗੇ ਕਿ ਉਹ ਪ੍ਰੋਬਲਮ ਹੈ ਜਿਹੜੀ ਉਹ ਕਿਉਂ ਹੋ ਰਹੀ ਹੈ, ਉਹਦਾ ਕਾਰਨ ਕੀ ਆ। BP2 ਦੇ ਵਿੱਚ ਤੁਸੀਂ ਉਹਦੇ ਸੋਲਿਊਸ਼ਨ ਦੋਗੇ, ਠੀਕ ਹੈ। ਤੁਸੀਂ ਇੱਕ ਵੀ ਦੇ ਸਕਦੇ ਹੋ, ਵੈਸੇ ਦੋ ਤਾਂ ਜ਼ਰੂਰੀ ਹੁੰਦੇ, ਸੌਰੀ ਇੱਕ ਮੈਂ ਕਹਿ ਗਈ, ਦੋ ਜਾਂ ਫਿਰ ਤਿੰਨ ਤੁਸੀਂ ਉਹਦੇ ਕੌਜ਼ਿਸ ਦੇ ਸਕਦੇ ਹੋ। ਐਂਡ ਜਿਵੇਂ ਦੋ ਤੁਸੀਂ ਕੌਜ਼ਿਸ ਦਿੱਤੇ ਆ ਹੈ ਨਾ ਕਿ ਕਿਵੇਂ ਉਹ ਪ੍ਰੋਬਲਮ ਹੋ ਸਕਦੀ ਹੈ, ਕਿਉਂ, ਰੀਜ਼ਨ ਉਹਨਾਂ ਦਾ, ਅਤੇ ਉਹਨਾਂ ਨੂੰ ਤੁਸੀਂ ਸੋਲਵ ਕਰਨ ਦੇ ਸੋਲਿਊਸ਼ਨ ਵੀ ਦਓਗੇ ਸੈਕਿੰਡ ਪੈਰਾਗ੍ਰਾਫ ਦੇ ਵਿੱਚ, ਠੀਕ ਹੈ। ਕਿ ਲਾਈਕ ਪਹਿਲੀ ਪ੍ਰੋਬਲਮ ਤੁਸੀਂ ਮੈਂਸ਼ਨ ਕਰਤੀ BP ਦੇ ਵਿੱਚ, ਉਹ ਪਹਿਲੀ ਪ੍ਰੋਬਲਮ ਦਾ ਸੋਲਿਊਸ਼ਨ ਦਓਗੇ। ਫਿਰ ਦੂਜੀ ਇਹ BP1 ਹੈ ਤੁਹਾਡਾ, ਹੈ ਨਾ, BP1 ਦੇ ਵਿੱਚ ਦੂਜੀ ਪ੍ਰੋਬਲਮ ਦਿੱਤੀ ਹੈ, BP2 ਦੇ ਵਿੱਚ ਉਹ ਦੂਜੀ ਪ੍ਰੋਬਲਮ ਨੂੰ ਸੋਲਵ ਕਰਨ ਦਾ ਸੋਲਿਊਸ਼ਨ ਦਓਗੇ, ਠੀਕ ਹੈ। ਤਾਂ ਜ਼ਰੂਰੀ ਹੁੰਦਾ ਕਿ ਜਿੰਨੇ ਤੁਸੀਂ ਕੌਜ਼ਿਸ ਦਿੱਤੇ ਆ ਉਹਨਾਂ ਨੂੰ ਹੀ ਸੋਲਵ ਕਰਨ ਦਾ ਸੋਲਿਊਸ਼ਨ ਦਿਓ, ਕੋਈ ਹੋਰ ਨਾ ਐਡ ਕਰ ਲਓ, ਠੀਕ ਹੈ। ਤਾਂ ਇਹ ਜਿਹੜੇ ਤੁਹਾਡੇ ਕੌਜ਼ਿਸ ਨੇ ਇਹਨਾਂ ਨੂੰ ਹੀ ਸੋਲਵ ਕਰਨ ਦੇ ਸੋਲਿਊਸ਼ਨ ਦਿਆ ਕਰੋ, ਠੀਕ ਹੈ। ਇਹਦੀ ਐਗਜ਼ਾਮਪਲ ਹੋ ਸਕਦੀ ਆ ਮੈਨੀ ਓਫੈਂਡਰਸ ਕਮਿਟ ਮੋਰ ਕ੍ਰਾਈਮਸ ਆਫਟਰ ਸਰਵਿੰਗ ਦੇਅਰ ਫਸਟ ਪਨਿਸ਼ਮੈਂਟ, ਕਿ ਜਿਹੜੇ ਹੁੰਦੇ ਆ ਓਫੈਂਡਰਸ ਹੁੰਦੇ ਆ, ਹੈ ਨਾ, ਜੋ ਵੀ ਕੁਛ ਕਰਦੇ ਆ, ਹੈ ਨਾ, ਜਿਹੜੇ ਜੇਲ੍ਹ 'ਚ ਚਲੇ ਜਾਂਦੇ ਆ, ਉਹ ਕਹਿੰਦੇ ਕਿ ਹੋਰ ਕ੍ਰਾਈਮਸ ਕਰਨ ਲੱਗ ਜਾਂਦੇ ਆ ਜਦੋਂ ਆਪਣੀ ਉਹ ਪਨਿਸ਼ਮੈਂਟ ਨੂੰ ਮਤਲਬ ਆਪਣੀ ਜੇਲ੍ਹ ਕੱਟ ਕੇ ਜਦੋਂ ਵਾਪਿਸ ਬਾਹਰ ਆਉਂਦੇ ਆ ਤਾਂ ਹੋਰ ਕ੍ਰਾਈਮਸ ਕਰਨ ਲੱਗ ਜਾਂਦੇ ਆ। ਕੁਐਸਚਨ ਤੁਹਾਡਾ ਇਹ ਆ ਕਿ ਇਹ ਕਿਉਂ ਹੁੰਦਾ ਹੈ, ਵਾਈ ਇਜ਼ ਦਿਸ ਹੈਪਨਿੰਗ। ਇਹ ਜਿਹੜਾ ਤੁਹਾਡਾ ਪਾਰਟ ਆਊਗਾ ਇਹ BP1 ਦੇ ਵਿੱਚ ਆਊਗਾ ਕਿ ਇਹ ਕਿਉਂ ਹੁੰਦਾ ਹੈ, ਠੀਕ ਹੈ। ਵਾਟ ਆਰ ਦ ਸੋਲਿਊਸ਼ਨਸ ਟੂ ਟੈਕਲ ਦਿਸ ਪ੍ਰੋਬਲਮ, ਇਹ ਤੁਹਾਡਾ BP2 ਦੇ ਵਿੱਚ ਆਊਗਾ ਕਿ ਜਿਹੜੇ ਉਹਦੇ ਕਾਰਨ ਹੈ ਉਹਨੂੰ ਤੁਸੀਂ, ਹੈ ਨਾ, ਜੋ ਵੀ ਇਹ ਪ੍ਰੋਬਲਮ ਹੋ ਰਹੀ ਆ ਉਹਨੂੰ ਤੁਸੀਂ ਸੋਲਵ ਕਿਵੇਂ ਕਰ ਸਕਦੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਇਹਦੇ 'ਚ ਕਾਰਨ ਦਿੱਤਾ ਕਿ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਤਲਬ ਉਹਨਾਂ ਨੂੰ ਸਿਖਾਇਆ ਨਹੀਂ ਜਾਂਦਾ, ਹੈ ਨਾ, ਕਿ ਤੁਸੀਂ ਇੱਕ ਵਧੀਆ ਸਿਟੀਜ਼ਨ ਕਿਵੇਂ ਬਣ ਸਕਦੇ ਹੋ, ਤਾਂ ਇਹ ਥੋੜ੍ਹਾ ਕੌਜ਼ ਹੋ ਗਿਆ। ਉਹਨੂੰ ਸੋਲਵ ਕਰਨ ਲਈ ਤੁਸੀਂ ਕੀ ਕਹਿ ਸਕਦੇ ਹੋ ਕਿ ਇਸ ਚੀਜ਼ ਨੂੰ ਸੋਲਵ ਇੱਦਾਂ ਕਰਿਆ ਜਾ ਸਕਦਾ ਕਿ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਉਹਨਾਂ ਦੀਆਂ ਕਲਾਸਿਸ ਹੋਣੀਆਂ ਚਾਹੀਦੀਆਂ ਨੇ ਕਿ ਉਹਨਾਂ ਨੂੰ ਇੱਦਾਂ ਦੀਆਂ ਕਲਾਸਿਸ ਹੋਣੀਆਂ ਚਾਹੀਦੀਆਂ ਕਿ ਉਹ ਗੁੱਡ ਪਰਸਨ ਕਿਵੇਂ ਬਣ ਸਕਦੇ ਆ, ਸਿਟੀਜ਼ਨ
ਇੱਕ ਚੰਗਾ ਸਿਟੀਜ਼ਨ ਕਿਵੇਂ ਬਣ ਸਕਦਾ ਹੈ, ਠੀਕ ਹੈ, ਤਾਂ ਕਿ ਉਹ ਬਾਹਰ ਆ ਕੇ ਹੋਰ ਕ੍ਰਾਈਮਸ ਨੂੰ ਕਮਿਟ ਨਾ ਕਰੇ, ਠੀਕ ਹੈ। ਤਾਂ ਐਦਾਂ ਤੁਸੀਂ ਪ੍ਰੋਬਲਮ ਦਾ ਕੌਜ਼ ਦੇਣਾ ਹੈ ਕਿ ਉਹ ਕਿੱਦਾਂ ਹੋ ਰਹੀ ਹੈ, ਐਂਡ ਐਦਾਂ ਤੁਸੀਂ ਉਹਦਾ ਸੋਲਿਊਸ਼ਨ ਦੇਣਾ ਹੈ। ਨੈਕਸਟ ਟਾਈਪ ਇਜ਼ ਐਡਵਾਂਟੇजेस डिसएडवांटेजेस, ठीक है। ਐਡਵਾਂਟੇजेस ਪੁੱਛ ਲੈਂਦੇ ਹੁੰਦੇ ਆ, ਉਹ डिसएडवांटेजेस ਪੁੱਛ ਲੈਂਦੇ ਆ। ਤਾਂ ਇਹਦੇ ਵਿੱਚ ਕੁਐਸਚਨ ਕਿੱਦਾਂ ਦਾ ਆ ਸਕਦਾ ਵਾ, ਠੀਕ ਹੈ। ਕੁਐਸਚਨ ਦੇ ਵਿੱਚ ਕੀ ਕੁਛ ਹੋ ਸਕਦਾ, ਜਾਂ ਤਾਂ ਉਹ ਕਹਿ ਸਕਦੇ ਆ ਵਟ ਆਰ ਦੀ ਐਡਵਾਂਟੇजेस, ਮੈਂ ਸ਼ਾਰਟ ਵਿੱਚ ਲਿਖ ਰਹੀ ਹਾਂ, ਐਂਡ डिसएडवांटेजेस, ਠੀਕ ਹੈ। ਜਾਂ ਫਿਰ ਕੁਐਸਚਨ ਦੇ ਵਿੱਚ ਆ ਸਕਦਾ ਡੂ ਐਡਵਾਂਟੇजेस ਓਵਰਵੇ, ਜਾਂ ਫਿਰ ਆਊਟਵੇ ਆ ਜਾਂਦਾ ਹੁੰਦਾ ਦੀ डिसएडवांटेजेस। ਮਤਲਬ ਕੀ ਤੁਹਾਨੂੰ ਲੱਗਦਾ ਕਿ ਜਿਹੜੀਆਂ ਐਡਵਾਂਟੇजेस ਨੇ ਉਹ ਜ਼ਿਆਦਾ ਨੇ डिसएडवांटेजेस ਨਾਲੋਂ, ਠੀਕ ਹੈ। ਇਹ ਚੀਜ਼ ਆ ਸਕਦੀ ਹੈ। ਜਾਂ ਫਿਰ ਆ ਸਕਦਾ ਵਟ ਆਰ ਦੀ ਐਡਵਾਂਟੇजेस ਐਂਡ डिसएडवांटेजेस। ਇਹ ਪਹਿਲੇ ਵਾਲਾ ਕੁਐਸਚਨ ਪੁੱਛ ਕੇ ਹੀ ਐਂਡ 'ਤੇ ਆ ਜਾਊਗਾ ਵਟ ਇਜ਼ ਯੂਅਰ ਓਪੀਨੀਅਨ। ਇਹਦਾ ਮਤਲਬ ਕਿ ਤੁਸੀਂ ਐਡਵਾਂਟੇजेस ਵੀ ਦੱਸਣੀਆਂ ਨੇ, डिसएडवांटेजेस ਵੀ ਦੱਸਣੀਆਂ ਨੇ, ਥੋੜ੍ਹਾ ਓਪੀਨੀਅਨ ਵੀ ਮੰਗਿਆ ਉਹਨਾਂ ਨੇ ਕਿ ਤੁਹਾਨੂੰ ਕੀ ਲੱਗਦਾ ਕਿ ਐਡਵਾਂਟੇजेस ਨੇ ਇਸ ਚੀਜ਼ ਦੀਆਂ ਜਾਂ डिसएडवांटेजेस ਨੇ, ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਕਰਦੇ ਹੋ ਜਾਂ ਇਸ ਚੀਜ਼ ਦੇ ਨਾਲ ਹੋ। ਤਾਂ ਇੱਥੇ ਤੁਹਾਡਾ ਓਪੀਨੀਅਨ ਮੰਗਿਆ ਹੈ, ਇਹਨਾਂ ਦੋਨਾਂ ਦੇ ਵਿੱਚ ਨਹੀਂ ਮੰਗਿਆ ਤਾਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਇਹਨਾਂ ਦੋਨਾਂ ਵੇਲੇ ਆਪਣਾ ਓਪੀਨੀਅਨ ਦੇਣ ਦੀ ਨੀਡ ਨਹੀਂ ਆ। ਇਸ ਵੇਲੇ ਤੁਹਾਨੂੰ ਨੀਡ ਹੈਗੀ ਹੈ ਤਾਂ ਇੰਟਰੋਡਕਸ਼ਨ ਵੇਲੇ ਤੁਸੀਂ ਇਹਦੇ ਵੇਲੇ ਆਪਣਾ ਓਪੀਨੀਅਨ ਵੀ ਦੋਗੇ, ਮਤਲਬ ਥੀਸਿਸ ਸਟੇਟਮੈਂਟ, ਠੀਕ ਹੈ। ਤਾਂ ਦੇਖੋ ਹੁਣ ਆਪਾਂ ਇਹਦੇ BPs ਨੂੰ ਕਿਵੇਂ ਸੈੱਟ ਕਰਨਾ ਹੈ। ਜਦੋਂ ਪੁੱਛਿਆ ਵਾਟ ਆਰ ਦੀ ਐਡਵਾਂਟੇजेस ਐਂਡ डिसएडवांटेजेस, ਤਾਂ ਜਿਹੜਾ BP1 ਹੋਊਗਾ ਉਹਦੇ 'ਚ ਤੁਸੀਂ ਆਪਣੀਆਂ ਐਡਵਾਂਟੇजेस ਲਿਖ ਦਿਓ, 2 ਲਿਖ ਸਕਦੇ ਹੋ ਜਾਂ ਫਿਰ 3 ਲਿਖ ਸਕਦੇ ਹੋ। ਵੈਸੇ ਜ਼ਿਆਦਾਤਰ ਹੁੰਦਾ ਕਿ 2 ਲਿਖ ਕੇ ਉਹਨੂੰ ਚੰਗੀ ਤਰ੍ਹਾਂ ਐਕਸਪਲੇਨ ਕਰੋ, ਠੀਕ ਹੈ। ਵੱਧ ਲਿਖਣ ਨਾਲੋਂ ਬੈਟਰ ਹੁੰਦਾ ਗਾ ਕਿ ਥੋੜ੍ਹਾ ਲਿਖ ਲਓ ਬਟ ਬੈਟਰ ਲਿਖੋ, ਚੰਗੀ ਤਰ੍ਹਾਂ ਐਕਸਪਲੇਨ ਕਰੋ, ਠੀਕ ਹੈ। ਸੈਕਿੰਡ BP2 ਦੇ ਵਿੱਚ ਤੁਸੀਂ डिसएडवांटेजेस ਲਿਖ ਸਕਦੇ ਹੋ, ਠੀਕ ਹੈ, 2 ਲਿਖ ਸਕਦੇ ਹੋ ਜਾਂ ਫਿਰ 3 ਲਿਖ ਸਕਦੇ ਹੋ, ਇਟਸ ਅਪ ਟੂ ਯੂ, ਓਕੇ। ਇਹ ਚੀਜ਼ ਹੋ ਗਈ ਪਹਿਲੇ ਲਈ। ਜੇ ਦੂਜਾ ਪੁੱਛਿਆ ਡੂ ਐਡਵਾਂਟੇजेस ਓਵਰਵੇ, ਤਾਂ ਜੇ ਤੁਹਾਨੂੰ ਲੱਗਦਾ ਕਿ ਹਾਂ ਐਡਵਾਂਟੇजेस ਓਵਰਵੇ ਕਰਦੀਆਂ ਨੇ, ਠੀਕ ਹੈ, ਇਹ ਜੋ ਚੀਜ਼ ਤੁਸੀਂ ਉਹ 'ਚ ਲਿਖ ਸਕਦੇ ਹੋ ਥੀਸਿਸ ਸਟੇਟਮੈਂਟ 'ਚ ਕਿ ਐਡਵਾਂਟੇजेस ਓਵਰਵੇ ਕਰਦੀਆਂ ਨੇ डिसएडवांटेजेस ਨਾਲੋਂ, ਠੀਕ ਹੈ। ਮਤਲਬ ਐਡਵਾਂਟੇजेस ਜ਼ਿਆਦਾ ਨੇ डिसएडवांटेजेस ਨਾਲੋਂ, ਇਹ ਚੀਜ਼ ਤੁਸੀਂ ਥੀਸਿਸ ਸਟੇਟਮੈਂਟ ਵਿੱਚ ਲਿਖੋਗੇ। ਤਾਂ BP1 ਦੇ ਵਿੱਚ ਐਡਵਾਂਟੇजेस ਲਿਖ ਦਿਓ, BP2 ਦੇ ਵਿੱਚ ਵੀ ਐਡਵਾਂਟੇजेस ਲਿਖ ਦਿਓ, ਹੈ ਨਾ। ਮਤਲਬ ਐਡਵਾਂਟੇजेस ਜ਼ਿਆਦਾ ਨੇ ਤਾਂ ਤੁਸੀਂ BP2 ਬਣਾ ਦਿਓ ਇਹਦੇ, ਤਾਂ BP3 ਦੇ ਵਿੱਚ डिसएडवांटेजेस ਲਿਖ ਦਿਓ, ਠੀਕ ਹੈ। ਜਿਹੜੀ ਚੀਜ਼ ਜ਼ਿਆਦਾ ਹੈ ਉਹਦੇ ਜ਼ਿਆਦਾ ਪੈਰਾਸ ਬਣਾ ਦਿਓ, ਹੈ ਨਾ। ਤਾਂ ਐਡਵਾਂਟੇजेस ਦੇ 2 ਪੈਰਾ ਹੋ ਗਏ, ਲਾਈਕ 2 ਇਹਦੇ 'ਚ ਆ ਜਾਣਗੇ, ਪੁਆਇੰਟ 2 ਇਹਦੇ 'ਚ, ਅਤੇ डिसएडवांटेजेस ਦੇ 2 ਪੁਆਇੰਟ ਇੱਕ ਹੀ ਪੈਰਾਗ੍ਰਾਫ ਦੇ ਵਿੱਚ। ਇਹਦਾ ਮਤਲਬ ਹੁੰਦਾ ਕਿ ਐਡਵਾਂਟੇजेस ਜ਼ਿਆਦਾ ਨੇ, ਠੀਕ ਹੈ। ਲਾਸਟ ਵਿੱਚ ਤੁਸੀਂ ਐਡਵਾਂਟੇजेस ਐਂਡ डिसएडवांटेजेस ਇੱਦਾਂ ਹੀ ਮੈਂਸ਼ਨ ਕਰਨੀਆਂ ਨੇ, ਠੀਕ ਹੈ। ਵਾਟ ਇਜ਼ ਯੋਰ ਓਪੀਨੀਅਨ, ਇਹ ਤੁਸੀਂ ਉਹਦੇ ਵਿੱਚ ਲਿਖੋਗੇ ਥੀਸਿਸ ਸਟੇਟਮੈਂਟ ਦੇ ਵਿੱਚ ਕਿ ਮੈਨੂੰ ਕੀ ਲੱਗਦਾ ਕਿ ਇਹਦੀਆਂ ਐਡਵਾਂਟੇजेस ਨੇ ਜਾਂ ਫਿਰ ਇਹਦੀਆਂ डिसएडवांटेजेस ਨੇ। ਇਹ ਤੁਹਾਡਾ ਓਪੀਨੀਅਨ ਹੈ, ਤੁਸੀਂ ਕਿਵੇਂ ਵੀ ਲਿਖ ਸਕਦੇ ਹੋ, ਪਾਰਸ਼ਲ ਵੀ ਤੁਸੀਂ ਜਾ ਸਕਦੇ ਹੋ। ਤਾਂ ਇਹਦੀ ਐਗਜ਼ਾਮਪਲ ਹੈ ਇਨ ਰੀਸੈਂਟ ਈਅਰਸ ਮੋਰ ਐਂਡ ਮੋਰ ਪੀਪਲ ਆਰ ਚੂਜ਼ਿੰਗ ਟੂ ਰੀਡ E-books ਰੈਦਰ ਦੈਨ ਪੇਪਰ ਬੁੱਕਸ, ਠੀਕ ਹੈ। ਤਾਂ E-books ਨੂੰ ਲੋਕ ਜ਼ਿਆਦਾ ਪ੍ਰੈਫਰ ਕਰ ਰਹੇ ਆ ਪੇਪਰ ਬੁੱਕਸ ਨਾਲੋਂ। ਇਹਦੇ ਐਡਵਾਂਟੇजेस ਕੀ ਨੇ ਐਂਡ ਇਹਦੇ डिसएडवांटेजेस ਕੀ ਆ, ਐਂਡ ਤੁਹਾਨੂੰ ਕੀ ਲੱਗਦਾ, ਠੀਕ ਹੈ। ਤਾਂ ਫਸਟ ਪੈਰਾਗ੍ਰਾਫ ਦੇ ਵਿੱਚ ਤੁਸੀਂ ਇਹਦੀਆਂ ਐਡਵਾਂਟੇजेस ਲਿਖ ਦੋਗੇ, ਸੈਕਿੰਡ ਵਿੱਚ ਤੁਸੀਂ ਇਹਦੀਆਂ डिसएडवांटेजेस ਲਿਖ ਦੋਗੇ, ਐਂਡ ਆਪਣੇ ਥੀਸਿਸ ਸਟੇਟਮੈਂਟ ਵਿੱਚ ਤੁਸੀਂ ਲਿਖੋਗੇ ਕਿ ਤੁਹਾਨੂੰ ਕੀ ਲੱਗਦਾ ਕਿ ਇਹਦੀਆਂ ਐਡਵਾਂਟੇजेस ਨੇ ਜਾਂ ਫਿਰ ਇਹਦੀਆਂ डिसएडवांटेजेस ਨੇ। ਤੁਸੀਂ ਆਪਣਾ ਓਪੀਨੀਅਨ ਵੀ ਲਿਖਣਾ ਹੈ, ਠੀਕ ਹੈ। ਇਸ ਚੀਜ਼ ਨੂੰ ਮੈਂਸ਼ਨ ਕਰਨਾ ਜ਼ਰੂਰੀ ਆ। ਸੋ ਨੈਕਸਟ ਟਾਈਪ ਆ ਜਾਂਦੀ ਆ ਪੋਜ਼ੀਟਿਵ ਨੈਗੇਟਿਵ ਡਿਵੈਲਪਮੈਂਟ। ਪੋਜ਼ੀਟਿਵ ਨੈਗੇਟਿਵ ਐਸੇ ਕਹਿੰਦੇ ਆਪਾਂ ਉਹਨੂੰ, ਠੀਕ ਹੈ। ਲਾਈਕ ਤੁਹਾਨੂੰ ਕੋਈ ਵੀ ਸਟੇਟਮੈਂਟ ਆ ਜੂਗੀ, ਉਹਨੂੰ ਪੁੱਛਣਗੇ ਇਜ਼ ਦਿਸ ਅ ਪੋਜ਼ੀਟਿਵ ਔਰ ਨੈਗੇਟਿਵ ਡਿਵੈਲਪਮੈਂਟ, ਠੀਕ ਹੈ। ਕੋਈ ਵੀ ਸਟੇਟਮੈਂਟ ਆ ਜੂਗੀ, ਉਹਨੂੰ ਪੁੱਛਣਗੇ ਕਿ ਇਹ ਪੋਜ਼ੀਟਿਵ ਡਿਵੈਲਪਮੈਂਟ ਹੈ ਜਾਂ ਤੁਹਾਨੂੰ ਕੀ ਲੱਗਦਾ ਕਿ ਇਹ ਨੈਗੇਟਿਵ ਡਿਵੈਲਪਮੈਂਟ ਹੈ। ਤਾਂ ਇੱਦਾਂ ਕੁਐਸਚਨ ਦੇ ਵਿੱਚ ਤੁਹਾਨੂੰ ਮੈਂਸ਼ਨ ਹੋ ਸਕਦਾ ਹੈ, ਠੀਕ ਹੈ। ਜੇ ਤੁਸੀਂ ਪੋਜ਼ੀਟਿਵ ਵੱਲੋਂ, ਠੀਕ ਹੈ, ਜੇ ਤੁਹਾਨੂੰ ਪੋਜ਼ੀਟਿਵ ਲੱਗਦਾ ਜੋ ਵੀ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ, ਤਾਂ ਜਿਹੜੇ ਤੁਹਾਡੇ BPs ਹੋਣਗੇ BP1 ਉਹਦੇ ਵਿੱਚ ਵੀ ਪੋਜ਼ੀਟਿਵ ਦੇ ਪੁਆਇੰਟਸ ਹੋਣਗੇ,
BP2 ਦੇ ਵਿੱਚ ਵੀ ਪੋਜ਼ਿਟਿਵ ਦੇ ਹੀ ਪੁਆਇੰਟਸ ਹੋਣਗੇ। ਇਹ ਤੁਹਾਡੀ ਮਰਜ਼ੀ ਹੈ 2 ਲਿਖਣੇ ਆ ਜਾਂ 3 ਲਿਖਣੇ ਆ। BP1 ਦੇ ਵਿੱਚ ਤੁਸੀਂ 1 ਲਿਖ ਸਕਦੇ ਹੋ ਜਾਂ ਫਿਰ 2 ਲਿਖ ਸਕਦੇ ਹੋ। ਇੰਨੇ ਤਾਂ ਜ਼ਿਆਦਾ ਲਿਖ ਨਹੀਂ ਸਕਦੇ ਨਾ, 6 ਪੁਆਇੰਟਸ ਤਾਂ ਸੋਚ ਨਹੀਂ ਸਕਦੇ। BP2 ਦੇ ਵਿੱਚ 1 ਜਾਂ 2 ਲਿਖ ਸਕਦੇ ਹੋ ਬਿਕੋਜ਼ ਜੇ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਦੇ ਲੈਂਥ ਵੇ ਦੇ ਵਿੱਚ ਤਾਂ ਤੁਸੀਂ 2 ਲਿਖ ਦਿਓ। ਜੇ ਤੁਸੀਂ ਇੱਕ ਹੀ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦੇ ਹੋ, ਐਗਜ਼ਾਮਪਲ ਸਭ ਕੁਝ ਕਰ ਸਕਦੇ ਹੋ, ਹੈ ਨਾ, ਵੈਸੇ ਤਾਂ ਕਰਨਾ ਜ਼ਰੂਰੀ ਹੁੰਦਾ ਬੈਂਡਸ ਵਧੀਆ ਲੈਣ ਲਈ, ਤਾਂ ਤੁਸੀਂ 1 ਵੀ ਲਿਖ ਸਕਦੇ ਹੋ। ਜੇ ਤੁਸੀਂ ਨੈਗੇਟਿਵ ਵੱਲੋਂ, ਜੇ ਤੁਹਾਨੂੰ ਲੱਗਦਾ ਕਿ ਜੋ ਵੀ ਸਟੇਟਮੈਂਟ ਹੈ ਉਹਦੇ ਨੈਗੇਟਿਵ ਇੰਪੈਕਟਸ ਨੇ, ਤਾਂ ਤੁਸੀਂ ਜਿਹੜੇ ਤੁਹਾਡੇ BPs ਹੋਣਗੇ, BP1 ਦੇ ਵਿੱਚ ਵੀ ਤੁਸੀਂ ਨੈਗੇਟਿਵ ਦੇ ਪੁਆਇੰਟਸ ਹੀ ਲਿਖਣੇ ਆ, BP2 ਦੇ ਵਿੱਚ ਵੀ ਤੁਸੀਂ ਨੈਗੇਟਿਵ ਦੇ ਪੁਆਇੰਟਸ ਹੀ ਲਿਖਣੇ ਆ। ਠੀਕ ਹੈ, ਇੱਦਾਂ ਦਾ ਕੁਐਸਚਨ, ਇਹਦੀ ਐਗਜ਼ਾਮਪਲ ਕਿਵੇਂ ਹੋ ਸਕਦੀ ਆ? Nowadays more people are choosing to socialize online rather than face to face. ਠੀਕ ਹੈ, is this a positive or negative development? ਤਾਂ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਇਹਨੂੰ ਰੀਫਰੇਜ਼ ਕਰਕੇ ਫਿਰ ਤੁਸੀਂ ਲਿਖੋਗੇ ਕਿ ਕੀ ਇਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ ਤੁਹਾਡੇ ਅਕੋਰਡਿੰਗ। ਠੀਕ ਹੈ, ਤਾਂ ਤੁਸੀਂ ਲਿਖ ਦੋਗੇ ਜਾਂ ਤਾਂ ਪੋਜ਼ਿਟਿਵ ਵੱਲ ਹੋਵੋਗੇ ਜਾਂ ਨੈਗੇਟਿਵ ਵੱਲ, ਦੋਨਾਂ ਦੇ ਵਿਚਕਾਰ ਨਾ ਹੋਇਓ। ਠੀਕ ਹੈ, ਇਹਦੇ ਵਿੱਚ ਐਂਡ ਫਿਰ ਤੁਸੀਂ ਜੇ ਇਸ ਦੇ ਵੱਲੋਂ ਪੋਜ਼ਿਟਿਵ ਵੱਲੋਂ ਤਾਂ ਤੁਸੀਂ ਪੋਜ਼ਿਟਿਵ ਦੇ BPs ਬਣਾ ਦੋਗੇ ਦੋਨੋਂ, ਜੇ ਤੁਸੀਂ ਨੈਗੇਟਿਵ ਵੱਲੋਂ ਤਾਂ BPs ਤੁਹਾਡੇ ਨੈਗੇਟਿਵ ਦੇ ਹੋ ਜਾਣਗੇ ਦੋਨੋਂ। 6 ਐਂਡ ਲਾਸਟ ਟਾਈਪ ਦੈਟ ਇਜ਼ ਡਬਲ ਕੁਐਸਚਨ ਐਸਿਸ। ਇਹਦੇ ਵਿੱਚ ਕੀ ਹੁੰਦਾ ਕਿ 2 ਕੁਐਸਚਨਸ ਪੁੱਛੇ ਜਾਂਦੇ ਆ। ਠੀਕ ਹੈ, ਇੱਕ ਜਿਹੜਾ ਪਹਿਲਾ ਕੁਐਸਚਨ ਪੁੱਛਿਆ ਜਾਊਗਾ ਉਹਨੂੰ ਆਨਸਰ ਤੁਸੀਂ BP1 ਦੇ ਵਿੱਚ ਕਰ ਸਕਦੇ ਹੋ। ਠੀਕ ਹੈ, 2 ਕੁਐਸਚਨ ਪੁੱਛੇ 1 ਜਿਹੜਾ ਸੈਕਿੰਡ ਕੁਐਸਚਨ ਪੁੱਛਿਆ ਜਾਊਗਾ, ਠੀਕ ਹੈ, ਕੁਐਸਚਨ ਦੇ ਵਿੱਚ ਸੈਕਿੰਡ ਕੁਐਸਚਨ ਹੋਊਗਾ ਉਹਦਾ ਆਨਸਰ ਤੁਸੀਂ BP2 ਦੇ ਵਿੱਚ ਕਰ ਸਕਦੇ ਹੋ। ਠੀਕ ਹੈ, ਡਾਇਰੈਕਟ ਹੀ ਹੈ ਤਾਂ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਆ ਉਹ। ਇਹਦੀ ਐਗਜ਼ਾਮਪਲ ਕਿਵੇਂ ਹੋ ਸਕਦੀ ਆ? ਹਾਂਜੀ ਦੇਖੋ, ਇਹ ਜਿਹੜਾ ਕੁਐਸਚਨ ਹੈ, ਆਰਟ ਇਜ਼ ਕੰਸੀਡਰਡ ਐਨ ਇੰਪੋਰਟੈਂਟ ਪਾਰਟ ਆਫ ਅ ਸੁਸਾਇਟੀ ਐਜ਼ ਵੈਲ ਐਜ਼ ਐਨ ਐਕਸਪ੍ਰੈਸ਼ਨ ਆਫ ਇਟਸ ਕਲਚਰ। ਇਹ ਤੁਹਾਡੀ ਸਟੇਟਮੈਂਟ ਆ ਗਈ। ਠੀਕ ਹੈ, ਉਸ ਤੋਂ ਬਾਅਦ 2 ਤੁਹਾਡੇ ਤੋਂ ਕੁਐਸਚਨ ਪੁੱਛੇ ਗਏ ਆ, ਸਟ੍ਰੇਟ ਕੁਐਸਚਨ ਪੁੱਛੇ ਗਏ ਆ। ਇੱਕ ਪਹਿਲਾ ਕੁਐਸਚਨ ਇਹ ਆ, ਸੈਕਿੰਡ ਕੁਐਸਚਨ ਤੁਹਾਡੇ ਤੋਂ ਇਹ ਪੁੱਛਿਆ ਗਿਆ, ਅਤੇ ਕੁਐਸਚਨ ਦੋਨੋਂ ਡੂ ਯੂ ਥਿੰਕ ਦੇ ਵਿੱਚ ਹੈ। ਤਾਂ ਮਤਲਬ ਤੁਹਾਡੇ ਓਪੀਨੀਅਨ 'ਤੇ ਆ। ਠੀਕ ਹੈ, ਕਿ ਤੁਸੀਂ ਕੀ ਸੋਚਦੇ ਹੋ, ਤੁਹਾਨੂੰ ਕੀ ਲੱਗਦਾ ਹੈ। ਤਾਂ ਇਹਨਾਂ ਦਾ ਓਪੀਨੀਅਨ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਦਿਓਗੇ ਕਿ ਤੁਹਾਡੇ ਅਕੋਰਡਿੰਗ ਕੀ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਹੈਗੀ ਆ, ਜਾਂ ਸੈਕਿੰਡ ਪੁਆਇੰਟ ਹੈ ਜਿਹੜਾ ਕਿ ਤੁਸੀਂ ਸੋਚਦੇ ਹੋ ਕਿ ਇਹ ਚੀਜ਼ ਹੈਗੀ ਆ। ਠੀਕ ਹੈ, ਜੇ ਇਹ ਚੀਜ਼ ਤੁਸੀਂ ਦੋਨਾਂ ਵੇਲੇ ਹਾਂ ਵੀ ਹੋ ਸਕਦਾ ਕਿ ਹਾਂ ਤੁਹਾਨੂੰ ਇਹ ਲੱਗਦਾ, ਹਾਂ ਤੁਹਾਨੂੰ ਇਹ ਲੱਗਦਾ। ਇਹ ਵੀ ਹੋ ਸਕਦਾ ਕਿ ਤੁਹਾਨੂੰ ਇਸ ਦੇ ਨਾਲ ਤੁਸੀਂ ਐਗਰੀ ਕਰਦੇ ਹੋ, ਇਸ ਦੇ ਨਾਲ ਨਹੀਂ, ਇਹ ਵੀ ਤੁਸੀਂ ਲਿਖ ਸਕਦੇ ਹੋ। ਇਹ ਵੀ ਲਿਖ ਸਕਦੇ ਹੋ ਕਿ ਤੁਹਾਨੂੰ ਪਹਿਲੇ ਕੁਐਸਚਨ ਦੇ ਨਾਲ ਡਿਸਐਗਰੀ ਹੈ ਐਂਡ ਸੈਕਿੰਡ ਕੁਐਸਚਨ ਦੇ ਨਾਲ ਤੁਸੀਂ ਐਗਰੀ ਕਰਦੇ ਹੋ। ਠੀਕ ਹੈ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਕਿਵੇਂ ਵੀ ਹੋ ਸਕਦੇ ਹੋ। ਠੀਕ ਹੈ, ਤਾਂ ਤੁਸੀਂ ਥੀਸਿਸ ਸਟੇਟਮੈਂਟ ਦੇ ਵਿੱਚ ਦੋਨੋਂ ਚੀਜ਼ਾਂ ਲਿਖ ਦੋਗੇ। BP1 ਦੇ ਵਿੱਚ ਤੁਸੀਂ ਇਹ ਚੀਜ਼ ਨੂੰ ਆਹ ਕੁਐਸਚਨ ਦਾ ਆਨਸਰ ਦੇ ਦੋਗੇ ਕਿ ਕਿਉਂ ਤੁਹਾਨੂੰ ਲੱਗਦਾ ਕਿ ਇਹ ਇੰਪੋਰਟੈਂਟ ਹੈ ਬੱਚਿਆਂ ਨੂੰ ਪੜ੍ਹਾਉਣਾ ਆਰਟ ਦੇ ਬਾਰੇ। ਠੀਕ ਹੈ, ਤਾਂ ਪਹਿਲਾ ਕੁਐਸਚਨ ਤੁਸੀਂ ਇਹ ਚੀਜ਼ ਦੇ ਦੋਗੇ, ਇਹਦੇ ਵਿੱਚ ਵਾਈ ਦੇ ਆਨਸਰ ਹੈ ਕਿ ਕਿਉਂ ਇੰਪੋਰਟੈਂਟ ਹੈ ਨਾ, ਤਾਂ ਤੁਸੀਂ ਉਹਦੇ ਆਨਸਰਸ ਦੇ ਦੋਗੇ, ਰੀਜ਼ਨਸ ਦੇ ਦੋਗੇ 2। ਠੀਕ ਹੈ, ਡੂ ਯੂ ਥਿੰਕ ਚਿਲਡਰਨ ਸ਼ੁੱਡ ਬੀ ਐਨਕਰੇਜ ਟੂ ਫੋਕਸ ਔਨ ਆਰਟ ਰੈਦਰ ਦੈਨ ਅਦਰ ਸਬਜੈਕਟਸ। ਇਹਦੇ ਨਾਲ ਜੇ ਤੁਸੀਂ ਅਗਰੀ ਕਰਦੇ ਹੋ ਤਾਂ ਅਗਰੀ ਦੇ ਵਿੱਚ ਦੇ ਦੋਗੇ ਕਿ ਹਾਂ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਕਿ ਉਹ ਫੋਕਸ ਕਰਨ ਆਰਟ 'ਤੇ ਬਾਕੀ ਸਬਜੈਕਟਸ ਦੇ ਨਾਲੋਂ, ਜਾਂ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ ਨੂੰ ਆਰਟ 'ਤੇ ਹੀ ਸਿਰਫ ਫੋਕਸ ਨਹੀਂ ਕਰਨਾ ਚਾਹੀਦਾ, ਕਿ ਕਿਉਂ ਤੁਸੀਂ ਉਹਨਾਂ ਨੂੰ ਐਨਕਰੇਜ ਕਰੋਗੇ ਕਿ ਆਰਟ 'ਤੇ ਹੀ ਫੋਕਸ ਨਾ ਕਰੋ, ਕਿ ਹੋਰ ਸਬਜੈਕਟਸ ਵੀ ਇੰਪੋਰਟੈਂਟ ਹੈ। ਮਤਲਬ ਤੁਸੀਂ ਇਹਨਾਂ ਡਿਸਐਗਰੀ ਵੀ ਕਰ ਸਕਦੇ ਹੋ, ਐਗਰੀ ਵੀ ਕਰ ਸਕਦੇ ਹੋ, ਇਟਸ ਅਪ ਟੂ ਯੂ। ਠੀਕ ਹੈ, ਤਾਂ ਜੇ ਤੁਸੀਂ ਐਗਰੀ ਕਰਦੇ ਹੋ ਤਾਂ ਸੈਕਿੰਡ BP2 ਦੇ ਵਿੱਚ ਤੁਸੀਂ ਉਸ ਚੀਜ਼ ਦੇ ਵਿੱਚ ਲਿਖ ਦੋਗੇ ਕਿ ਬੱਚਿਆਂ ਨੂੰ ਕਿਉਂ ਐਨਕਰੇਜ ਕਰਨਾ ਚਾਹੀਦਾ ਕਿ ਉਹ ਆਰਟ ਨੂੰ ਪੜ੍ਹਨ, ਬਾਕੀ ਸਬਜੈਕਟਸ ਨੂੰ ਛੱਡ ਕੇ ਜ਼ਿਆਦਾ ਫੋਕਸ ਕਰਨ, ਹੈ ਨਾ। ਅਤੇ ਜਾਂ ਤੁਸੀਂ ਇਹ ਚੀਜ਼ ਲਿਖ ਸਕਦੇ ਹੋ ਜਾਂ ਇਸ ਦਾ ਉਲਟ ਲਿਖ ਸਕਦੇ ਹੋ। ਠੀਕ ਹੈ, ਕਿ ਕਿਉਂ ਚਿਲਡਰਨ ਨੂੰ ਐਨਕਰੇਜ ਨਹੀਂ ਕਰਨਾ ਚਾਹੀਦਾ ਟੂ ਫੋਕਸ ਔਨ ਆਰਟ, ਸਿਰਫ ਆਰਟ 'ਤੇ ਹੀ ਫੋਕਸ ਕਰਨਾ, ਇਸ ਚੀਜ਼ ਲਈ ਇਨਕਰੇਜ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਨਹੀਂ ਵੱਲੋਂ। ਠੀਕ ਹੈ, ਤਾਂ ਤੁਸੀਂ ਉਹ ਚੀਜ਼ BP2 ਦੇ ਵਿੱਚ ਲਿਖ ਦੋਗੇ ਐਂਡ ਦੈਨ ਐਂਡ 'ਤੇ ਕਨਕਲੂਜ਼ਨ ਹੋ ਜਾਊਗਾ। ਅੱਜ ਦੀ ਵੀਡੀਓ ਦੇ ਕਾਰਨ ਤੁਹਾਨੂੰ ਕਾਫੀ ਤੁਹਾਡੇ ਕੋਲ ਰਾਈਟਿੰਗ ਟਾਸਕ 2 ਦੀਆਂ ਸਟੇਟਮੈਂਟਸ ਵੀ ਆ ਗਈਆਂ, ਤਾਂ ਤੁਸੀਂ ਇਹਨਾਂ ਸਟੇਟਮੈਂਟਸ ਨੂੰ ਲਿਖ ਕੇ ਦੇਖੋ। ਠੀਕ ਹੈ, ਪੂਰਾ BPs ਜੇ ਤੁਹਾਨੂੰ ਆਈਡੀਆਜ਼ ਦੇ ਰਿਲੇਟਡ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ, ਜਾਂ ਫਿਰ ਤੁਹਾਨੂੰ ਅੱਜ ਦੇ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਹੈਗੀ ਆ, ਕੋਈ ਵੀ ਇਸ਼ੂ ਆ ਰਿਹਾ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ, ਜਾਂ ਫਿਰ ਇੰਸਟਾਗ੍ਰਾਮ
ID ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾਇਆ ਹੋਇਆ, ਤੁਸੀਂ ਉੱਥੇ ਜਾ ਕੇ ਮੈਨੂੰ DM ਕਰ ਸਕਦੇ ਹੋ। ਐਂਡ ਜੇ ਤੁਹਾਡੇ ਕੋਲ ਬੁੱਕਸ ਦੇ ਰਿਗਾਰਡਿੰਗ ਕਿ ਤੁਹਾਡੇ ਕੋਲ ਬੁੱਕਸ ਨਹੀਂ ਆ ਕੈਮਰੇਜ਼ ਦੀਆਂ, ਜਾਂ ਫਿਰ ਜੋ ਵੀ ਮੈਂ ਪ੍ਰੈਫਰ ਕੀਤੀਆਂ ਸੀ ਲਾਸਟ ਵਾਲੀ ਬੁੱਕ ਦੇ ਵਿੱਚ, ਜੇ ਤੁਹਾਡੇ ਉਹਦੇ ਰਿਗਾਰਡਿੰਗ ਵੀ ਕੋਈ ਇਸ਼ੂ ਹੈਗਾ ਗਾ ਤਾਂ ਵੀ ਤੁਸੀਂ ਮੈਨੂੰ DM ਕਰ ਸਕਦੇ ਹੋ। ਮੈਂ ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਦੂੰਗੀ ਬੁੱਕਸ। ਐਂਡ ਮੇਰੇ ਚੈਨਲ ਨੂੰ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਐਂਡ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀਆਂ ਵੀਡੀਓਜ਼ ਦੀ ਅਪਡੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ। ਥੈਂਕ ਯੂ ਸੋ ਮਚ।